करता पुरख निरभउ निर्वैर अकाल मूरत अजूनी सैभं गुर प्रसाद। सजन सचा पातशाह सिर शाहां दे शाह जिस पास बैठिया सोही है सबना दा वेसाह। जिस पास बैठिया सोही है सबना दा वेसाह। सतनाम वाहिगुरु साहिब जियो। सूही महला पंजवा संतां के कारज आप खलोया हर कम करावण आया राम। संतां के कारज आप खलोया हर कम करावण आया राम। गुण निधान मेरा प्रभ करता उस्तत कौन करी जय राम। संतां की बेनंती स्वामी नाम महारस दी जय राम। नाम दी जय दान की जय बिसर नाही एक खिनो। गुण गोपाल उचर रसना सदा गाइए अन दिनो। जिस प्रीत लागी नाम सेती मन तन अमृत पीजै। बिनवंत नानक इच्छ पुन्नी पेख दर्शन जीजै। जिस प्रीत लागी नाम सेती मन तन अमृत पीजै। बिनवंत नानक इच्छ पुन्नी पेख दर्शन जीजै। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी गुरु पातशाह जी दी अपार बख्शिश शाम समय दा ਦੀਵਾਨ ਅਸੀਂ ਮੰਨ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰੋਤ ਪਾ ਰਹੇ ਸੀਗੇ। ਹੁਣ ਅਗਲੇਰੇ ਸਮੇਂ ਵਿੱਚ ਗੁਰਸ਼ਬਦ ਵਿਆਖਿਆ ਹੈ ਜਿਸ ਲਈ ਸੂਹੀ ਰਾਗ ਦੇ ਛੰਤ ਸਾਨੂੰ ਪ੍ਰਾਪਤ ਹੁੰਦੇ ਨੇ। ਜੋ ਚੱਲ ਰਿਹਾ ਇਹ ਛੰਤ ਸ਼ਬਦ ਸਰੂਪ ਹੈ। ਇਸ ਦੇ 3 ਪਦੇ ਅਸੀਂ ਵਿਚਾਰੇ ਨੇ। ਅੱਜ 4 ਨੰਬਰ ਬੰਦ ਦਾ ਪਾਠ ਆਪਨੇ ਸਰਵਨ ਕੀਤਾ ਹੈ। ਵਿਚਾਰ ਬਿਲਕੁਲ ਉਸੇ ਪ੍ਰਵਾਹ ਵਿੱਚ ਹੈ ਜਿੱਥੋਂ ਸ਼ੁਰੂਆਤ ਹੋਈ ਸੀ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਇਆ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਸ ਰੂਪ ਦੇ ਵਿੱਚ ਜੋ ਬਚਨ ਅੱਜ ਸਾਡੇ ਕੋਲ ਆ ਇਹਦੀ ਪ੍ਰਾਰੰਭਤਾ ਹੋ ਰਹੀ ਹੈ। ਗੁਣ ਨਿਧਾਨ ਮੇਰਾ ਪ੍ਰਭ ਕਰਤਾ उस्तुत कौन करी जय राम। गुण निधान मेरा प्रभ करता। गुण जिन्होंने असी ह्यूमन वर्चूज कहने जिन्होंने असी ह्यूमन करैक्टर दियाँ क्वालिटीज़ कहने उस रूप में बात होंदी है। निधान खजाने नूं कहा जाता है। जे मनुखी जीवन का सही रूप दे विच उलेखा किया जाए तो मनुख गुणा नाल सोभदा आ। मनुखी जीवन विचों जिन्नियां
ਕਦਰਾਂ ਕੀਮਤਾਂ ਜਿਹਨੂੰ ਅਸੀਂ ਹਿਊਮਨ ਵੈਲਿਊਜ਼ ਕਹਿੰਦੇ ਆ ਉਹ ਘਟਾ ਦਿਆਂਗੇ ਤੇ ਮਨੁੱਖ ਦੇ ਬਜਾਏ ਜਾਨਵਰ ਪਸ਼ੂ ਉਹ ਚੰਗਾ ਲੱਗਣਾ ਸ਼ੁਰੂ ਹੋ ਜਾਏਗਾ। ਤੇ ਇਹ ਗੁਰਬਾਣੀ ਵਿੱਚ ਵੀ ਰਚਨ ਹੈ, ਆਪ ਪੜ੍ਹ ਸਕਦੇ ਹੋ ਤੇ ਪ੍ਰੈਕਟੀਕਲ ਲਾਈਫ ਵਿੱਚ ਵੀ ਤੁਹਾਨੂੰ ਈਜ਼ੀਲੀ ਮਿਲ ਜਾਏਗਾ। ਜੇ ਆਪਾਂ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਕਿਤੇ ਮਹਾਰਾਜ ਇਹ ਬਿਆਨ ਕਰਦੇ ਨੇ ਵੀ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂ ਮਿਲੇ ਚੰਗਿਆਈਆਂ, ਪਸ਼ੂ ਨੂੰ ਵਡਿਆਇਆ ਜਾਏਗਾ, ਚੰਗਿਆਇਆ ਜਾਏਗਾ, ਉਹਨੂੰ ਭਲਾ ਕਿਹਾ ਜਾਏਗਾ, ਮੁਕਾਬਲਤਨ ਜੇ ਬੰਦੇ ਦੇ ਅਮਲ ਠੀਕ ਨਹੀਂ ਹੋਣਗੇ ਤੇ। ਕਿਉਂਕਿ ਜੇ ਦੇਖੀਏ ਤੇ ਮਨੁੱਖ ਦੀ ਖੁਰਾਕ, ਪੋਸ਼ਾਕ, ਰਹਿਣ ਸਹਿਣ ਪਸ਼ੂ ਨਾਲੋਂ ਤਾਂ ਕਿਤੇ ਵੱਖਰਾ ਆ। ਤੇ ਬਲਕਿ ਮਨੁੱਖ ਇਹ ਮੰਨਦਾ ਹੈ ਕਿ ਮੈਂ ਬੈਟਰ ਹਾਂ, ਮੈਂ ਸੁਪੀਰੀਅਰ ਹਾਂ, ਮੈਂ ਉਹਦੇ ਨਾਲੋਂ ਜ਼ਿਆਦਾ ਅਸ਼ਰੂਫ ਹੈਗਾ, ਮੈਂ ਜ਼ਿਆਦਾ ਮੇਰੀ ਵੈਲਿਊ ਹੈਗੀ ਹੈ। ਪਰ ਵੈਲਿਊ ਕਾਹਦੇ ਵਿੱਚ ਆ? ਕੱਲਾ ਚੰਗਾ ਖਾਣ ਵਿੱਚ ਤੇ ਨਹੀਂ ਨਾ ਹੈ, ਚੰਗਾ ਕੱਲਾ ਪਾਣ ਵਿੱਚ ਤੇ ਨਹੀਂ ਨਾ ਹੈ, ਇਹ ਤੇ ਮਨੁੱਖ ਦੇ ਅਮਲ ਵਿੱਚ ਹੈ। ਜੇ ਉਹਦੇ ਅਮਲ ਅਮਾਲ ਵਿੱਚ ਉਹ ਗਲੋਰੀ ਨਹੀਂ ਹੈ, ਉਹ ਚਮਕ ਨਹੀਂ ਹੈ, ਫਿਰ ਗੁਰੂ ਬਾਬਾ ਜੀ ਬਿਆਨ ਕਰਦੇ ਕਿ ਇਸ ਨਾਲੋਂ ਤੇ ਪਸ਼ੂ ਚੰਗਾ ਆ। ਖੜ ਖਾਵੇਂ, ਖੜ ਦਾ ਮਤਲਬ ਇਹ ਹੁੰਦਾ ਆ ਕਿ ਜਿਵੇਂ ਆਪਾਂ ਕਣਕ ਬੀਜੀ ਖੇਤਾਂ ਦੇ ਵਿੱਚ, ਕਣਕ ਦੇ ਦਾਣੇ ਕੱਢ ਕੇ ਬੰਦਾ ਆਪਣੇ ਖਾਣ ਲਈ ਲੈ ਆਇਆ, ਜੋ ਪਿੱਛੇ ਬਚਿਆ ਉਹ ਬਚਿਆ ਤੂੜੀ ਜਿਹੜਾ ਹੈ ਉਹਦਾ ਖਾਸ ਕਰਕੇ ਵਾਧੂ ਸਟਫ, ਉਸ ਨੂੰ ਪਸ਼ੂ ਖਾ ਰਿਹਾ। ਖੜ ਖਾਵੇਂ ਤੇ ਫਿਰ ਅੰਮ੍ਰਿਤ ਦੇ, ਨਿਰਮਲ ਨੀਰ ਦੁੱਧ। ਦੇਖੋ ਤੁਸੀਂ ਉਸ ਰੂਪ ਦੇ ਵਿੱਚ ਮਤਲਬ ਇਹ ਕਿ ਪਸ਼ੂਆਂ ਤੋਂ ਅਸੀਂ ਦੇਖੀਏ ਦੁਨੀਆ ਪੱਧਰ ਦੇ ਉੱਤੇ ਜਿਤਨਾ ਡੈਰੀ ਪ੍ਰੋਡਕਟ ਆ ਉਹਦੇ ਆਲੇ ਦੁਆਲੇ ਸਾਰੀ ਫੂਡ ਚੇਨ ਘੁੰਮਦੀ ਹੈ। ਖਾਸ ਕਰਕੇ ਪੰਜਾਬ ਦੀ ਫਿਜ਼ਾ ਵਿੱਚੋਂ ਅਸੀਂ ਆਏ ਹਾਂ, ਉੱਥੇ ਤੇ ਦੁੱਧ ਦੀ ਸਹੁੰ ਖਾਧੀ ਜਾਂਦੀ, ਦੁੱਧ ਨੂੰ ਨਿਰਮਲ ਨੀਰ ਮੰਨਿਆ ਜਾਂਦਾ। ਦੁੱਧ ਜਿਹੜਾ ਆ ਉਹ ਖੁਰਾਕ ਦਾ ਉਮਦਾ ਹਿੱਸਾ ਮੰਨਿਆ ਗਿਆ ਉਸ ਰੂਪ ਦੇ ਵਿੱਚ। ਹਾਂ, ਅੱਜ ਕੁਝ ਹਾਲਾਤ ਬਦਲੇ ਨੇ, ਬਦਲੇ ਹਾਲਾਤਾਂ ਦੇ ਵਿੱਚ ਇਹ ਹੈ ਕਿ ਪਸ਼ੂਆਂ ਦੀ ਜਿਹੜੀ ਜਦੋਂ ਦੀ ਅਸੀਂ ਡਾਇਰੀ ਨੂੰ ਇੱਕ ਇੰਡਸਟਰੀ ਦੇ ਤੌਰ 'ਤੇ ਲੈ ਲਿਆ ਤੇ ਇੰਡਸਟਰੀ ਵਾਲੇ ਸਾਰੇ ਦੇ ਸਾਰੇ ਦੋਖ ਜਿਹੜੀਆਂ ਸਾਰੇ ਦੀਆਂ ਸਾਰੀਆਂ ਅਲਾਮਤਾਂ ਉਹੀ ਇਹਦੇ ਵਿੱਚ ਆ ਗਈਆਂ, ਕਿਉਂਕਿ ਪਸ਼ੂਆਂ ਨੂੰ ਵੀ ਟਰੀਟ ਕਰਨਾ ਸ਼ੁਰੂ ਕਰ ਦਿੱਤਾ, ਉਸੇ ਤਰੀਕੇ ਨਾਲ ਫੀਡ ਕਰਨਾ ਸ਼ੁਰੂ ਕਰਤਾ ਸਭ। ਅਦਰਵਾਈਜ਼ ਸਾਡੇ ਉਸ ਖਿੱਤੇ ਦੇ ਵਿੱਚ ਘਰਾਂ ਥਾਵਾਂ ਦੇ ਉੱਤੇ ਪਸ਼ੂ ਨੂੰ ਧਨ ਕਿਹਾ ਜਾਂਦਾ ਸੀਗਾ ਤੇ ਪਸ਼ੂ ਧਨ ਦੀ ਬੜੀ ਸੰਭਾਲ ਹੁੰਦੀ ਸੀਗੀ। ਮਨੁੱਖ ਤੇ ਕੁਦਰਤ ਦੇ ਦੂਜੇ ਜੀਵ ਬੜੇ ਆਤਮਸਾਤ ਸੀ ਉਸ ਰੂਪ ਦੇ ਵਿੱਚ। ਅਜੇ ਅਸੀਂ ਬੜੀ ਪ੍ਰਾਇਮਰੀ ਸਟੇਜ 'ਤੇ ਹੈਗੇ ਹਾਂ। ਮਤਲਬ ਇੱਕ ਸਿੱਖ ਦੇ ਤੌਰ 'ਤੇ ਦੇਖਿਆ ਜਾਏ ਨਾ ਤੇ ਸਾਨੂੰ ਚੈਲੰਜਸ ਉਸ ਖਿੱਤੇ ਦੇ ਵਿੱਚ ਦੂਜੇ ਸਮਾਜ ਨਾਲੋਂ ਜ਼ਿਆਦਾ ਰਹੇ, ਕਿਉਂਕਿ ਅਸੀਂ ਇੱਕ ਵਿਜ਼ੀਬਲ ਮਿਨੋਰਿਟੀ ਦੇ ਤੌਰ 'ਤੇ ਉੱਥੇ ਸੀਗੇ। ਅਤੇ ਉਸ 'ਤੇ ਵੀ ਉਤਲੇ ਪੜਾਅ ਦੇ ਵਿੱਚ ਇਹ ਸੀਗਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਵਾਰਸ ਸੀ, ਅਤੇ ਜਿੱਥੇ ਹੱਕ ਸੱਚ ਦੀ ਗੱਲ ਹੋਏਗੀ, ਸਮਾਨਤਾ ਦੀ ਗੱਲ ਹੋਏਗੀ ਅਤੇ ਬ੍ਰਾਹਮਣਵਾਦ ਨੂੰ ਸਿੱਧਾ ਚੈਲੰਜ ਦੇਣ ਵਾਲੀ ਗੱਲ ਹੋਏਗੀ, ਉੱਥੇ ਫਿਰ ਡੈਫੀਨੇਟਲੀ ਜਿਹੜੀ ਸਟੈਬਲਿਸ਼ਮੈਂਟ ਆ, ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਆਪਣੀ ਸੁਪਰਮੇਸੀ ਦੀ, ਆਪਣੀ ਜਿਹੜਾ ਹੈਗਾ ਸੁਪੀਰੀਅਰ ਹੋਣ ਦੀ ਐਕਸਰਸਾਈਜ਼ ਕੀਤੀ ਹੈ, ਉਹ ਕਿਵੇਂ ਛੱਡ ਦੇਣਗੇ ਤੁਹਾਨੂੰ? ਜੋ ਤੁਹਾਡੇ ਖਿਲਾਫ ਆਉਣਗੇ ਪੂਰਾ ਚੜ੍ਹ ਕੇ ਉਸ ਰੂਪ ਦੇ ਵਿੱਚ। ਸੋ ਉਸ ਚੈਲੰਜਸ ਦੇ ਵਿੱਚੋਂ ਜਦੋਂ ਕੁਝ ਲੋਕ ਭਾਵੇਂ ਉਹ ਨੌਕਰੀ ਪੇਸ਼ੇ ਵਾਸਤੇ, ਰੁਜ਼ਗਾਰ ਵਾਸਤੇ ਜਾਂ ਕੁਝ ਵਕਤ ਪਾ ਕੇ ਆਪਣੀ ਸੇਫਟੀ ਵਾਸਤੇ ਇਹਨਾਂ ਮਮਾਲਿਕ ਵਿੱਚ ਆਏ, ਯੂਰਪ ਵਿੱਚ ਆਏ, ਨਾਰਥ ਅਮਰੀਕਾ 'ਚ ਆਏ, ਇੱਥੇ ਉਹਨੂੰ ਲੱਗਾ ਜ਼ਿੰਦਗੀ ਸੌਖੀ ਹੈ, ਜ਼ਿੰਦਗੀ ਸੁਖਾਲੀ ਹੈ, ਆਰਥਿਕ ਤੌਰ 'ਤੇ ਵੀ, ਵੈਸੇ ਵੀ ਜੋ ਉਹਨਾਂ ਨੇ ਧਾਰਮਿਕ ਤੌਰ 'ਤੇ ਐਕਸਰਸਾਈਜ਼ ਕਰਨੀ ਹੈ, ਆਪਣੇ ਓਪੀਨੀਅਨ ਦੀ ਗੱਲ ਕਰਨੀ, ਉਹ ਸਭ ਚੀਜ਼ਾਂ ਉਸ ਰੂਪ ਵਿੱਚ ਮੌਜੂਦ ਸੀਗੀਆਂ। ਸੋ ਫਿਰ ਲਗਾਤਾਰ ਸਾਡੇ ਲੋਕ ਇੱਧਰ ਨੂੰ ਹਿਜਰਤ ਕਰਦੇ ਰਹੇ, ਉਹਨਾਂ ਦੀ ਆਮਦ ਹੁੰਦੀ ਰਹੀ। ਪਰ ਜੇ ਧਿਆਨ ਨਾਲ ਦੇਖਿਆ ਜਾਏ ਤਾਂ ਲੌਂਗ ਰਨ ਦੇ ਵਿੱਚ ਜਦੋਂ ਮਨੁੱਖ ਦੇ ਹੈਲਦੀ ਹੋਣ ਦੇ, ਖੁਸ਼ ਹੋਣ ਦੇ, ਮਨੁੱਖ ਦੇ ਜੀਵਨ ਦੇ ਸਹੀ ਸਾਰੇ ਮੁਕਾਮੀ ਪੜਾਵਾਂ ਦੇ ਨਾਲ ਅਸੀਂ ਮੈਚ ਕਰਕੇ ਚੀਜ਼ਾਂ ਨੂੰ ਦੇਖਾਂਗੇ ਤੇ ਪਤਾ ਲੱਗੇਗਾ ਉਸ ਖਿੱਤੇ ਦੇ ਵਿੱਚ ਜਿਹੜੇ ਉੱਥੋਂ ਦੇ
ਰਹਿਣ ਸਹਿਣ ਵਾਲੇ ਲੋਕ ਸੀਗੇ ਉਹਨਾਂ ਦੀ ਹੋਣੀ ਜ਼ਿਆਦਾ ਬੈਟਰ ਸੀ, ਜ਼ਿਆਦਾ ਵਧੀਆ ਸੀ। ਕੁਦਰਤੀ ਤੌਰ 'ਤੇ ਉੱਥੇ ਸੋਮੇ ਜੋ ਜੀਵਨ ਮਿਲਦਾ ਸੀ ਉਹ ਜ਼ਿਆਦਾ ਬੈਟਰ ਸੀਗਾ। ਜਿਵੇਂ ਉੱਥੋਂ ਦੀ ਖੁਰਾਕ ਪੁਸ਼ਾਕ ਨਾਲ ਸਾਡੀ ਬੜੀ, ਕਿਉਂਕਿ ਮਿੱਟੀ ਉੱਥੋਂ ਬਣੀ ਹੈ ਸਾਰੀ, ਉਸ ਰੂਪ ਵਿੱਚ ਸਾਂਝ ਸੀਗੀ। ਸਾਡੇ ਜੀਨਸ ਉੱਥੋਂ ਆ ਰਹੇ ਨੇ, ਸਾਡਾ ਜੈਨੇਟਿਕ ਮੇਕਅਪ ਸਾਡੇ ਪੁਰਖਿਆਂ ਦਾ ਉੱਥੋਂ ਬਣਿਆ ਇਸ ਰੂਪ ਦੇ ਵਿੱਚ। ਸੋ ਉੱਥੇ ਸਾਡੀ ਖੁਰਾਕ ਦੇ ਵਿੱਚ ਦੁੱਧ ਦੀ ਇੱਕ ਬੜੀ ਅਹਿਮੀਅਤ ਸੀਗੀ। ਸੋ ਦੁੱਧ ਦੀ ਸਹੁੰ ਖਾਧੀ ਜਾਂਦੀ ਸੀ। ਗੁਰੂ ਬਾਬਾ ਜੀ ਨੇ ਇੱਥੇ ਉਹਦੀ ਮਿਸਾਲ ਦਿੱਤੀ ਤੇ ਕਿਹਾ, ਬੰਦੇ ਤੇਰੇ ਨਾਲੋਂ ਤੇ ਪਸ਼ੂ ਚੰਗਾ ਆ। ਖੜ ਖਾਵੇਂ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਉਹ ਬੰਦੇ ਜੇ ਤੂੰ ਨਾਮ ਤੋਂ ਵਿਹੂਣਾ ਆ, ਨਾਮ ਤੋਂ ਵਿਹੂਣਾ ਸਿੱਧੇ ਤੌਰ 'ਤੇ ਆ ਰੱਬ ਅਕਾਲ ਪੁਰਖ ਵਾਹਿਗੁਰੂ ਦੇ ਭੈ ਭਾਵ ਤੋਂ ਹੋਣਾ ਹੀਣਾ। ਜਦੋਂ ਬੰਦੇ ਦੇ ਕੋਲ ਰੱਬ ਦਾ ਭੈ ਨਹੀਂ ਗਾ, ਉਹਦੇ ਅਹਿਸਾਸਾਂ ਦੇ ਵਿੱਚ ਕਰਤਾਰੀ ਕੁਦਰਤ ਦੇ ਉਸ ਜਿਹੜਾ ਯੂਨੀਵਰਸਲ ਲਾ ਆ ਉਹਨੂੰ ਬੰਦਾ ਅਹਿਸਾਸਦਾ ਨਹੀਂ ਸੁਰਤ ਦੇ ਵਿੱਚ। ਮਤਲਬ ਇਹ ਕਿਸੇ ਦਾ ਬੁਰਾ ਕਰਨ ਲੱਗਿਆ, ਕਿਸੇ ਦੀ ਬੁਰੇ ਦੇ ਵਿੱਚ ਪੇਸ਼ ਹੋਣ ਲੱਗਿਆ, ਕੋਈ ਅਸੂਲਾਤਮਕ ਪੱਖ ਨੂੰ ਨਾ ਪਾਲਣ ਵਾਲੀ ਬਿਰਤੀ ਹੈ ਲਗਾਤਾਰ ਬੰਦੇ 'ਚ ਚੱਲਦੀ ਰਹੇ। ਸਭ ਕਿਤੇ ਤ੍ਰਿਕਾਰਯੋਗ ਜੀਵਨ ਹੈ ਤੇਰਾ। ਇਹੋ ਜਿਹਾ ਜੀਵਨ ਜਿੰਨਾ ਮਰਜ਼ੀ ਚੰਗਾ ਖਾਣ ਨੂੰ ਆਵੇ, ਪਾਣ ਨੂੰ ਆਵੇ, ਕੀ ਲਾਹਾ। ਫਿਰ ਨੂੰ ਹੋਰ ਇੱਕ ਡਿਫਰੈਂਟ ਲੈਵਲ 'ਤੇ ਵੀ ਦੇਖ ਲਈਏ, ਸਾਡੇ ਜਿਹੜਾ ਕੁਦਰਤੀ ਤੌਰ 'ਤੇ ਸਾਡਾ ਜਿਹੜਾ ਬ੍ਰੇਨ ਆ ਉਹ ਇਸ ਤਰ੍ਹਾਂ ਦਾ ਬਣਿਆ ਆ ਕਿ ਉਹ ਜ਼ਿਆਦਾਤਰ ਸਾਡੇ ਹਰ ਇੱਕ ਐਕਟ ਨੂੰ, ਹਰ ਇੱਕ ਅਮਲ ਨੂੰ ਉਹਨੂੰ ਜਸਟੀਫਾਈ ਕਰਾਉਂਦਾ ਆ, ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਫਾਈਨ ਕਰ ਦਿੰਦਾ, ਉਹਨੂੰ ਡਿਫੈਂਸ ਵਿੱਚ ਲੈ ਲੈਂਦਾ ਆ। ਹੁਣ ਆਪ ਦੇਖੋਗੇ ਛੋਟੀਆਂ ਛੋਟੀਆਂ ਜੀਵਨ ਦੇ ਵਿੱਚ ਕਮੀਆਂ ਖਾਮੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ। ਬੰਦੇ ਦਾ ਗੁਣ ਕੀ ਹੈ, ਬੰਦੇ ਦੇ ਗੁਣ ਨੂੰ ਬੜਾ ਰਹਿਣ ਸਹਿਣ ਦੇ ਲੈਵਲ 'ਤੇ ਲਿਆ ਜਾਏ। ਇਹ ਸਮੇਂ ਨਾਲ ਸੌਵੇਂ, ਸਮੇਂ ਨਾਲ ਉੱਠੇ, ਬੁਨਿਆਦੀ ਗੁਣ ਹੈ। ਗੁਰੂ ਸਾਹਿਬ ਦੀ ਬਾਣੀ 'ਚ ਸ਼ਬਦ ਪੜ੍ਹਦੇ ਆ, ਗੁਰ ਸਤਿਗੁਰ ਕਾ ਜੋ ਸਿੱਖ ਖਾਵੈ ਪਲਕੇ ਉਠ ਹਰ ਨਾਮ ਤੇ ਆਵੈ। ਮਤਲਬ ਸਿੱਧੇ ਤੌਰ 'ਤੇ ਭਾਈ ਜਿਹਨੇ ਸਮੇਂ ਨਾਲ ਉੱਠਣਾ ਆ ਉਹਨੂੰ ਸਮੇਂ ਨਾਲ ਸੌਣਾ ਵੀ ਪਏਗਾ। ਮੈਂ ਇੱਕ ਦਿਨ ਪੂਰੀ ਚਰਚਾ ਕੀਤੀ ਸੀ ਦੇ ਉੱਤੇ ਕਿ ਇੱਕ ਸਾਡੇ ਇੱਥੇ ਨਾਰਥ ਅਮਰੀਕਨ ਸਕਾਲਰ ਨੇ ਕਿਤਾਬ 'ਚ ਲਿਖਿਆ ਆ 5 AM ਕਲੱਬ। ਉਹ ਬਾਈ ਚਾਂਸ ਸਟੱਡੀ 'ਤੇ ਕੁਝ ਹੋਰ ਕਰ ਰਿਹਾ ਸੀਗਾ, ਪਰ ਜਦੋਂ ਉਹਨੇ ਦੇਖਿਆ ਕਿ ਜਿੰਨੇ ਲੋਕ ਬੜੇ ਵੈਲ ਸਟੈਬਲਿਸ਼ਡ ਹੋਏ ਨੇ ਆਪੋ ਆਪਣੇ ਖਿੱਤੇ ਦੇ ਵਿੱਚ, ਉਹਨਾਂ ਦੇ 'ਚ ਇੱਕ ਸਿਮਿਲਰਿਟੀ ਨਜ਼ਰ ਪਈ ਹੈ। ਸਿਮਿਲਰਿਟੀ ਇਹ ਹੈ, ਮੋਸਟ ਆਫ ਦੈਮ ਆਰ ਅਰਲੀ ਬਰਡਸ, ਜਿਹੜੇ ਸਮੇਂ ਨਾਲ ਬਿਸਤਰੇ ਦਾ ਤਿਆਗ ਕਰਦੇ ਨੇ। ਸੋ ਇੱਕ ਯੂਨੀਵਰਸਲ ਚੀਜ਼ ਆ। ਆਪ ਦੇਖੋਗੇ ਜਿਨ੍ਹਾਂ ਨੂੰ ਕੁਦਰਤ ਨੇ ਇਸ ਕਿਸਮ ਦੇ ਜੀਵ ਬਣਾਇਆ, ਜਿਵੇਂ ਮਨੁੱਖ ਆ ਅਸੀਂ ਕ੍ਰੀਚਰ ਵਰਲਡ ਦੇ ਵਿੱਚ, ਜਿਨ੍ਹਾਂ ਦੀ ਲਾਈਫ ਜਿਹੜੀ ਹੈ ਸੂਰਜ ਦੀ ਰੌਸ਼ਨੀ ਦੇ ਨਾਲ, ਉਹਦੇ ਉੱਤੇ ਰੌਸ਼ਨੀ ਦੇ ਨਾਲ ਮਤਾਇਤ ਹੈ। ਅੱਖਾਂ ਸਾਡੀਆਂ ਚਾਨਣ ਵਿੱਚ ਕੰਮ ਕਰਦੀਆਂ ਨੇ, ਹਨੇਰੇ 'ਚ ਕੰਮ ਨਹੀਂ ਕਰਦੀਆਂ। ਕੁਝ ਜਾਨਵਰ ਨੇ ਜਿਨ੍ਹਾਂ ਦੀਆਂ ਅੱਖਾਂ ਹਨੇਰੇ 'ਚ ਵਾਜਬ ਕੰਮ ਕਰਦੀਆਂ ਨੇ, ਜਿਵੇਂ ਆਵਲ ਆ, ਉਹਦੀ ਅੱਖ ਲੈ ਲਓ, ਹੋਰ ਉਹਦੀ ਨਸਲ ਦੇ ਜਾਨਵਰ ਨੇ। ਬਾਕੀ ਹੋਰ ਸਾਰੇ ਬਹੁਤ ਸਾਰੇ ਜਾਨਵਰ ਜਿਨ੍ਹਾਂ ਨੂੰ ਦਿਨ ਦੀ ਬਜਾਏ ਰਾਤ, ਜਿਹਦੇ 'ਚ ਵਾਈਲਡ ਐਨੀਮਲਸ ਆਉਂਦੇ ਨੇ। ਪਰ ਬਹੁਤ ਸਾਰੇ ਪੰਛੀ, ਪਰਿੰਦੇ, ਜਾਨਵਰ ਇਹੋ ਜਿਹੇ ਨੇ ਜਿਹੜੇ ਰਾਤ ਦੇ ਸਮੇਂ ਜਿਵੇਂ ਬੰਦਾ ਸੌਂਦਾ ਆਪਣੇ ਘਰੌਂਦਿਆਂ ਦੇ ਵਿੱਚ ਜਾ ਕੇ ਸੌਂ ਜਾਂਦੇ ਨੇ, ਉਹ ਮਾਰਨਿੰਗ ਦੇ ਵਿੱਚ ਡੇ ਟਾਈਮ, ਡੇ ਲਾਈਟ ਦੇ ਵਿੱਚ ਆਪਣੇ ਆਪ ਆਪਣੇ ਜੀਵਨ ਯਾਪਨ ਨੂੰ ਕਰਦੇ ਨੇ। ਜਿਵੇਂ ਬਹੁਤ ਸਾਰੇ ਬਰਡਸ ਨੇ, ਆਪ ਦੇਖੋਗੇ ਸਾਡਾ ਅਲਾਰਮ ਲੇਟ ਹੋ ਜਾਏ, ਪਰ ਇਹਨਾਂ ਦਿਨਾਂ 'ਚ ਤੁਸੀਂ ਥੋੜ੍ਹਾ ਧਿਆਨ ਦੇਵੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਚਿੜੀਆਂ ਚਹਿਕ ਰਹੀਆਂ ਨੇ, ਬਾਹਰ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਮਦਰ ਨੇਚਰ ਦੇ ਨਾਲ ਉਹ ਆਤਮ ਸਾਥ ਨੇ ਉਸ ਰੂਪ ਦੇ ਵਿੱਚ। ਬੰਦੇ ਦਾ ਜੀਵਨ ਯਾਪਨ ਲਗਾਤਾਰ ਵਿਗੜਦਾ। ਅੱਜ ਆਪਾਂ ਦੇਖੀਏ ਤੇ ਜਿਵੇਂ ਬੰਦੇ ਨੇ ਖੁਰਾਕ ਖਾਣੀ ਹੁੰਦੀ ਹੈ, ਐਗਜ਼ੈਕਟਲੀ ਖੁਰਾਕ ਦੇ ਬਰਾਬਰ ਹੀ ਉਹ ਮੈਡੀਸਨ ਵੀ ਇਨਟੇਕ ਕਰ ਰਿਹਾ ਹਰ ਲੈਵਲ 'ਤੇ। ਤੁਹਾਨੂੰ ਇਹ ਇਤਨਾ ਜ਼ਿਆਦਾ ਲੋਕਾਂ ਨੂੰ ਨੋਰਮਲ ਲੱਗਦਾ ਆ ਕਿ ਇਹ ਲੱਗਦਾ ਹੀ ਨਹੀਂ ਕਿ ਅਬ ਨੋਰਮਲ ਹੈ ਕੁਛ। ਫਿਰ ਲੌਂਗ ਰਨ ਵਿੱਚ ਦੇਖਦੇ ਹਾਂ ਅਸੀਂ, ਮਤਲਬ ਅਜੇ ਤੇ ਪੈਂਡੈਮਿਕ ਕਰਕੇ ਡਾਟਾ ਨਹੀਂ ਆ ਰਿਹਾ, ਪਰ ਇਹ ਡੈਫੀਨੇਟਲੀ ਬੜਾ ਮਤਲਬ ਡਰਾਉਣਾ ਹੋਏਗਾ, ਬੜਾ ਅਲਾਰਮਿੰਗ ਹੋਏਗਾ। ਅਜੇ ਪਿਛਲਾ ਡਾਟਾ ਹੀ ਸਾਡੇ ਕੋਲ ਜਿਹੜਾ 2 ਵਰੇ ਪਹਿਲਾਂ ਦਾ ਹੈ, ਉਹ ਦੱਸ ਰਿਹਾ ਹੈ ਕਿ ਕੈਂਸਰ ਦੀ ਕਿਹੜੀ ਸਟੇਜ ਆ ਚੁੱਕੀ ਹੈ। ਕੈਨੇਡਾ ਦੀ ਗੱਲ ਕਰ ਰਿਹਾ ਮੈਂ, ਫੋਰਗੇਟ ਅਬਾਊਟ ਸਾਊਥ ਏਸ਼ੀਆ ਔਰ ਐਨੀ ਅਦਰ ਖਿੱਤਾ। ਇੱਥੇ ਕੀ ਹਾਲਤ ਬਣ ਚੁੱਕੀ ਹੈ। ਅਤੇ ਉਹਦੇ ਲਈ ਵੱਡੇ ਤੌਰ 'ਤੇ ਸਾਡੀ ਆਰ ਖੁਰਾਕ ਦੇ ਵਿੱਚ ਵੀ ਜਿਹੜਾ ਅਸੀਂ ਬੇਤਹਾਸ਼ਾ
ਜਿਹੜੇ ਫਾਰਮਾਸਿਊਟੀਕਲ ਸਾਡਾ ਇੰਟਰਵੈਂਸ਼ਨ ਹੋ ਰਹੀ ਹੈ ਸਾਡੇ ਖੁਰਾਕ ਵਿੱਚ, ਸਾਡੇ ਫੂਡ ਦੇ ਵਿੱਚ, ਉਹ ਤੋਂ ਸਾਰੀ ਅਲਾਮਤ ਆ ਰਹੀ ਹੈ। ਸੋ ਬੰਦੇ ਦੀ ਹਾਲਤ ਇਹ ਹੈ ਕਿ ਬੰਦਾ ਧਿਆਨ ਹੀ ਨਹੀਂ ਕਰ ਰਿਹਾ। ਹੁਣ ਇਹਦੇ ਅੰਦਰ ਚਲੋ ਫਿਜ਼ੀਕਲ ਸਾਈਡ ਤੋਂ ਬੰਦੇ ਨੂੰ ਕੋਈ ਵੀ ਚੈਲੰਜ ਨਹੀਂ ਆ ਰਿਹਾ, ਅਤੇ ਮੈਂਟਲ ਹੈਲਥ ਦੇ ਵਿੱਚ ਜਿਵੇਂ ਅਸੀਂ ਪੇਨ ਕਿਲਰਸ ਹੀ ਖਾਂਦੇ ਹਾਂ, ਪੇਨ ਕਿਲਰਸ ਲਈ ਖਾਸ ਕਰਕੇ ਸਿਰ ਦੁਖਣਾ, ਮਾਈਗ੍ਰੇਨ ਹੋਣੀ, ਹੈਡਕ ਫੀਲ ਕਰਨੀ ਵਾਰ-ਵਾਰ, ਕੁਝ ਇਸ ਕਿਸਮ ਦੇ ਨਾਲ ਬੰਦੇ ਦਾ ਅੰਡਰ ਵੈਦਰ ਫੀਲ ਕਰਨਾ, ਇਹਦੇ ਲਈ ਡਾਇਰੈਕਟਲੀ ਕਈ ਵਾਰ ਕੋਈ ਫਿਜ਼ੀਕਲ ਰੀਜ਼ਨ ਨਹੀਂ ਹੁੰਦੇ। ਸਟ੍ਰੈਸ ਆ, ਕੋਈ ਮੈਂਟਲ ਹੈਲਥ ਦਾ ਇਸ਼ੂ ਹੈਗਾ, ਉਸ ਰੂਪ ਵਿੱਚ ਬੰਦੇ ਨੂੰ ਬੌਦਰ ਕਰ ਰਿਹਾ, ਬੰਦਾ ਇੱਕਦਮ ਉਸ ਤਰੀਕੇ ਨਾਲ ਮੈਡੀਸਨ ਖਾਣ ਲਈ ਤਿਆਰ ਹੋ ਜਾਂਦਾ। ਫਿਰ ਇਕੱਲਾ ਇਹੀ ਨਹੀਂ, ਆਪ ਹੋਰ ਦੇਖੋ ਕਿ ਮੁਸਲਸਲ ਜੀਵਨ ਚੱਲਦੇ ਦੇ ਵਿੱਚ ਐਂਗਜ਼ਾਇਟੀ ਤੋਂ, ਪੈਨਿਕ ਸਿਚੁਏਸ਼ਨਸ ਤੋਂ ਬੱਚੇ ਕਿਸ ਲੈਵਲ 'ਤੇ ਮੈਡੀਸਨਸ ਵਗੈਰਾ ਖਾਣੀਆਂ ਸ਼ੁਰੂ ਕਰ ਦਿੰਦੇ। ਭਈ ਇਸ ਸਾਰੇ ਦੇ ਮੁਕਾਬਲਤਨ ਪਹਿਲਾਂ ਜੀਵਨ ਯਾਪਨ ਦੇਖੋ ਕੈਸਾ ਆ। ਐਸਾ ਤਾਂ ਨਹੀਂ ਤੁਸੀਂ ਜਿਹੜਾ ਮਦਰ ਨੇਚਰ ਦਾ ਨਾਰਮਲ ਸਾਈਕਲ ਹੈ ਉਹ ਤੋੜ ਦਿੱਤਾ ਹੋਏ, ਜਿਹੜਾ ਸਮਾਂ ਸੌਣ ਦਾ ਆ ਉਹ ਸੌ ਨਹੀਂ ਰਹੇ, ਜਿਹੜਾ ਸਮਾਂ ਉੱਠਣ ਦਾ ਉਦੋਂ ਉੱਠ ਨਹੀਂ ਰਹੇ, ਜਿਹੜਾ ਸਮਾਂ ਖਾਣ ਪਾਣ ਨਹਾਣ ਦਾ ਹੈ ਉਸ ਸਮੇਂ ਨੂੰ ਉਸ ਲੈਵਲ 'ਤੇ ਪ੍ਰਯੋਗ ਨਹੀਂ ਕਰ ਰਹੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਇਹਨਾਂ ਦੀ ਦਰੁਸਤਗੀ ਦੇ ਨਾਲ ਫਿਜ਼ੀਕਲ ਹੈਲਥ ਠੀਕ ਹੋ ਸਕਦੀ ਹੈ, ਮੈਂਟਲ ਹੈਲਥ ਠੀਕ ਹੋ ਸਕਦੀ ਹੈ, ਪਰ ਉਹ ਬੰਦਾ ਕਹਿੰਦਾ ਹੂ ਕੇਅਰ। ਇਸ ਲੈਵਲ ਤੋਂ ਜਿਹੜੀ ਚੀਜ਼ ਆ ਰਹੀ, ਗੁਰੂ ਬਾਬਾ ਜੀ ਕਹਿੰਦੇ ਨਾਮ ਦੀ ਜਾਂਚ ਜਿਹੜੀ ਹੈ ਨਾ, ਡਿਸਿਪਲਨ ਦੀ ਜਾਂਚ ਆ। ਜੋ ਸਾਹਿਬ ਜ਼ਿਕਰ ਕਰਦੇ ਨਾਮ ਵਿਹੂਣੇ ਆਦਮੀ, ਜਿਹੜੇ ਲੋਕ ਇਸ ਨਾਰਮਲ ਡਿਸਿਪਲਿਨ ਨੂੰ ਫੋਲੋ ਨਹੀਂ ਕਰਨਾ ਚਾਹੁੰਦੇ, ਇਹ ਬੇਸਿਕ ਵਰਚੂ ਆ, ਇਹਨੂੰ ਫੋਲੋ ਨਹੀਂ ਕਰਨਾ। ਤ੍ਰਿਗ ਜੀਵਨ ਕਰਮ ਕਰੇ, ਤ੍ਰਿਗ ਤ੍ਰਿਕਾਰ ਯੋਗ, ਜਿਸ ਨੂੰ ਲਾਹਨਤ ਦਿੱਤੀ ਜਾਏ, ਜਿਸ ਨੂੰ ਫਟਕਾਰ ਪਾਈ ਜਾਏ ਵੀ ਭਾਈ ਆ ਜੀਵਨ ਵੀ ਕੋਈ ਜੀਵਨ ਆ। ਇਸ ਤਰੀਕੇ ਦੇ ਸਮਾਜ ਦੇ ਵਿੱਚ ਜਦੋਂ ਬੰਦਾ ਜੀ ਰਿਹਾ ਹੋਏ ਉਸ ਰੂਪ ਦੇ ਅੰਦਰ, ਫਿਰ ਪਸ਼ੂ ਮਿਲੈ ਚੰਗਿਆਈਆਂ, ਪਸ਼ੂ ਨੂੰ ਸਿਰਫ ਉੱਥੇ ਵਡਿਆਈ ਤੇ ਚੰਗਿਆਈ ਨਹੀਂ ਮਿਲ ਰਹੀ, ਬਲਕਿ ਉਹਨੂੰ ਪਤਾ ਕਿ ਕਿੱਥੇ ਕਿਸ ਲੈਵਲ ਤੱਕ ਮਿਲ ਰਹੀ ਹੈ। ਅੱਜ ਡਿਵੈਲਪਡ ਨੇਸ਼ਨਸ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਕਿ ਲੋਕ ਬੱਚੇ ਨੂੰ ਸੰਭਾਲਣ ਪਾਲਣ ਦੀ ਬਜਾਏ ਇੱਕ ਐਨੀਮਲ ਪੈਟ ਨੂੰ ਤਰਜੀਹ ਦਿੰਦੇ ਨੇ। ਉਹ ਕਹਿੰਦੇ ਨੇ ਉਹ ਤੇ ਆ ਚੰਗਾ ਕਿਉਂ? ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਜੇ ਮੇਰੇ ਵਰਗਾ ਇੱਕ ਇੰਡੀਵਿਜੂਅਲ ਹੋਰ ਆ ਜਾਏਗਾ ਸੋਸਾਇਟੀ ਦੇ ਵਿੱਚ, ਇਟਸ ਨੋਟ ਗੋਨਾ ਬੀ ਬਿਗ ਡਿਫਰੈਂਸ ਇਨ ਸੋਸਾਇਟੀ, ਆਈ ਡੋਂਟ ਵਾਂਟ। ਮਤਲਬ ਬੰਦਾ ਆਪਣੇ ਆਪ ਤੋਂ ਖੁਸ਼ ਨਹੀਂ ਹੈਗਾ, ਉਹਨੂੰ ਆਪਣੇ ਆਪ ਤੋਂ ਸੈਟਿਸਫੈਕਸ਼ਨ ਨਹੀਂ ਹੈ, ਉਹਨੂੰ ਮਹਿਸੂਸ ਹੋ ਰਿਹਾ ਹੈ ਮੈਂ ਬੋਝ ਹਾਂ। And why do I want to put one more actually away on this soil? No. ਪਰ ਫਿਰ ਵੀ ਆਖਰਕਾਰ ਮਨੁੱਖ ਜਾਂ ਕੰਪਨੀ ਤੇ ਚਾਹੀਦੀ ਹੈ ਨਾ। ਅੱਜ ਕੱਲ੍ਹ ਤੇ ਬਹੁਤ ਸਿੰਪਲ ਨਾਮ ਦੇ ਦਿੱਤੇ ਗਏ, ਥੈਰੇਪੀ ਡੌਗ। ਮਤਲਬ ਪੈਟਸ ਜਿਹੜੇ ਨੇ ਥੈਰੇਪੀ ਦੇ ਰਹੇ ਨੇ। ਥੈਰੇਪੀ ਕੀ ਕੰਪਨੀ ਦੇ ਰਹੇ ਨੇ, ਟੂ ਕੀਪ ਅਸ ਬਿਜ਼ੀ। ਸਾਡੇ ਕੋਲ ਕਰਨ ਲਈ ਕੁਛ ਹੈ, ਸਾਡੇ ਲਈ ਕਿਸੇ ਦੇ ਨਾਲ ਟਾਈਮ ਸਪੈਂਡ ਕਰਨ ਵਾਸਤੇ ਹੈ, ਅਸੀਂ ਕਿਸੇ ਦੀ ਖੁਰਾਕ ਵਾਸਤੇ ਥੋੜ੍ਹਾ ਸਾਨੂੰ ਹੁੰਦਾ ਵੀ ਹਾਂ ਇਹਨੂੰ ਟਾਈਮ ਨਾਲ ਫੂਡ ਮਿਲ ਜਾਏ, ਇਹਨੂੰ ਨਾਲ ਲੈ ਕੇ ਵਾਕ ਕਰ ਆਈਏ, ਇਹ ਤੁਰ ਆਈਏ। ਇਸ ਕਿਸਮ ਦੇ ਨਾਲ ਜ਼ਿੰਦਗੀ ਨੂੰ ਆਰੇ ਲਾਉਣਾ, ਪੰਜਾਬੀ ਜਿਹਨੂੰ ਕਹਿੰਦੇ ਆ, ਇਹ ਚੀਜ਼ ਮਿਲ ਜਾਏਗੀ। ਅਦਰਵਾਈਜ਼ ਪਸ਼ੂਆਂ ਦੀ ਦੁਨੀਆ ਮਨੁੱਖਾਂ ਦੀ ਦੁਨੀਆ 'ਚ ਜ਼ਰੂਰੀ ਤਾਂ ਨਹੀਂ ਆ ਕੇ ਵਧੀਆ ਹੋਏਗੀ, ਉਹ ਤਾਂ ਆਪਣੀ ਦੁਨੀਆ 'ਚ ਵਧੀਆ ਨੇ, ਬਲਕਿ ਮਨੁੱਖਾਂ ਦੀ ਦੁਨੀਆ ਤੇ ਉਹਨਾਂ ਦੀ ਸਿਹਤ ਖਰਾਬ ਕਰਦੀ ਹੈ। ਉਹ ਆਪਣੇ ਤੌਰ 'ਤੇ ਹਾਂ ਜਿੱਥੇ ਬੰਦੇ ਦੀ ਲੋੜ ਚਾਹੀਦੀ ਹੈ, ਜਿਵੇਂ ਸਪੈਸੀਫਿਕਲੀ ਕੁਝ ਜਾਨਵਰਾਂ ਦੀ ਅਸੀਂ ਬਾਤ ਕੀਤੀ, ਸਾਡੇ ਖੁਰਾਕ ਵਾਸਤੇ ਲੋੜ ਆ। ਜੇ ਖੁਰਾਕ ਤੋਂ ਬਿਨਾਂ ਕੁਝ ਜਾਨਵਰਾਂ ਦੀ ਲੋੜ ਹੈ, ਜਿਵੇਂ ਕੁੱਤਾ ਆ, ਉਹ ਸਾਡੀ ਰਾਖੀ ਵਾਸਤੇ ਸਾਡੇ ਉਸ ਕਿਸਮ ਦੀ ਹੈਲਪ ਕਰਦਾ ਆ। ਵਾਈਲਡ ਦੇ ਵਿੱਚ ਜਿਹੜੇ ਲੋਕ ਰਹਿੰਦੇ, ਫਾਰਮਰਸ ਵਗੈਰਾ 'ਤੇ ਰਹਿੰਦੇ, ਉਹਨਾਂ ਨੂੰ ਹੈਲਪ ਮਿਲਦੀ। ਅਦਰਵਾਈਜ਼ ਤਾਂ ਕੋਈ ਉਹਨਾਂ ਤੋਂ ਸਾਨੂੰ ਕੋਈ ਬਹੁਤ ਜ਼ਿਆਦਾ ਉਸ ਤਰੀਕੇ ਦਾ ਫਾਇਦਾ ਨਹੀਂ, ਅਤੇ ਉਹਨਾਂ ਨੂੰ ਤਾਂ ਸਾਡੇ ਤੋਂ ਫਾਇਦਾ ਹੀ ਕੀ ਹੋਣਾ ਆ। ਸਾਹਿਬ ਮਹਾਰਾਜ ਨੇ ਬਿਆਨ ਕੀਤਾ, ਉਹ ਬੰਦੇ ਤੇਰੇ ਅਮਲ ਅਮਾਲ ਜੇ ਇਹੋ ਜਿਹੇ ਹੋਣਗੇ ਜਿਹਦੇ ਮੁਕਾਬਲਤਨ ਪਸ਼ੂ ਨੂੰ ਚੰਗਾ ਸਮਝਿਆ ਜਾਏਗਾ, ਤੈਨੂੰ ਮਨੁੱਖ ਹੋਣ 'ਤੇ ਆਪਣੇ ਆਪ ਵਿੱਚ ਘਿਰਣਾ ਨਹੀਂ ਆਏਗੀ। ਇਸ ਕਰਕੇ ਨਾਮ ਦਾ ਰਾਹ ਫੋਲੋ ਕਰ। ਨਾਮ ਦਾ ਰਾਹ ਵਿਜ਼ਡਮ ਦਾ ਰਾਹ ਆ। ਇੱਥੇ ਜਾ ਕੇ ਫਿਰ ਬੰਦੇ 'ਚ ਗੁਣ ਵਧਣੇ ਚਾਹੀਦੇ ਨੇ। ਫਿਰ ਮੈਂ ਬੇਨਤੀ ਕਰਾਂ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਸੀਂ ਧਿਆਨ ਨਾ ਦਿੰਦੇ ਕਈ ਵਾਰ, ਅਤੇ ਫਿਰ ਜਦੋਂ ਵੱਡੀਆਂ ਚੀਜ਼ਾਂ ਆ ਜਾਂਦੀਆਂ, ਜਿਵੇਂ ਸਪੋਜ਼ ਕਰੋ ਮੈਂ ਤਾਂ ਲੰਬੇ ਸਮੇਂ ਤੋਂ ਐਡਿਕਸ਼ਨ 'ਤੇ ਕੰਮ ਕਰਦਾ।
ਹੁਣ ਐਡਿਕਸ਼ਨ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਸ਼ਾਇਦ ਨਾ ਇਹ ਬੜੀ ਡਰਾਸਟਿਕ ਇੱਕ ਸਿਚੁਏਸ਼ਨ ਹੁੰਦੀ ਹੈ, ਉਹਦੇ 'ਚ ਬੰਦਾ ਚਲਾ ਜਾਂਦਾ, ਟਰੈਪ ਹੋ ਜਾਂਦਾ। ਭਾਈ ਹਰ ਇੱਕ ਵੱਡੀ ਤੋਂ ਵੱਡੀ ਆਦਤ, ਵੱਡੇ ਤੋਂ ਵੱਡੇ ਟਰੈਪ ਦੀ ਜਿਹੜੀ ਸ਼ੁਰੂਆਤ ਆ ਉਹ ਬਹੁਤ ਛੋਟੀ ਜਿਹੀ ਹੁੰਦੀ ਹੈ, ਬਹੁਤ ਅਦਨੀ ਜਿਹੀ ਹੁੰਦੀ ਹੈ। ਸਾਡੇ ਤੇ ਖਾਸ ਕਰਕੇ ਸਬਸਟੈਂਸ ਐਡਿਕਸ਼ਨ ਦੇ 'ਚ ਅਸੀਂ ਵੇਖਦੇ ਹਾਂ ਐਕਸਪੈਰੀਮੈਂਟਲ ਸਟੇਜ ਆਉਂਦੀ ਹੈ। ਬੰਦਾ ਆਪਣੇ ਪੀਅਰ ਪ੍ਰੈਸ਼ਰ ਦੇ ਵਿੱਚ ਆਲੇ ਦੁਆਲੇ ਜਦੋਂ ਜੀਵਨ ਅੱਗੇ ਵਧਣ ਲੱਗਦਾ, ਕੋਈ ਐਕਸਪੋਜ਼ਰ ਮਿਲਦਾ ਇਹੋ ਜਿਹੀਆਂ ਚੀਜ਼ਾਂ ਦਾ, ਉਹ ਐਕਸਪੈਰੀਮੈਂਟ ਕਰਨੇ ਸ਼ੁਰੂ ਕਰਦਾ। ਨਥਿੰਗ ਰੋਂਗ ਵਿਦ ਇਟ, ਐਕਸਪੈਰੀਮੈਂਟ ਕਰਕੇ ਦੇਖਦੇ ਆ ਹੁੰਦਾ ਕੀ ਹੈ। ਉਦੋਂ ਹੀ ਪਤਾ ਲੱਗਦਾ ਜਦੋਂ ਉਸ ਖੂਹ 'ਚ ਜਾ ਡਿੱਗਦਾ ਜਿਹਦੇ 'ਚੋਂ ਹੁਣ ਨਿਕਲਣਾ ਨਾਮੁਮਕਿਨ ਹੋ ਗਿਆ, ਮੁਸ਼ਕਿਲ ਹੋ ਗਿਆ ਹੈਗਾ। ਮੈਂ ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਦੇ ਕੇ, ਕਿਉਂਕਿ ਇੱਥੇ ਜਿਹੜਾ ਬਚਨ ਹੈ ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਸਾਨੂੰ ਤੇ ਗੁਣਾਂ ਦੇ ਨਿਧਾਨ ਤੱਕ, ਖਜ਼ਾਨੇ ਤੱਕ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਤਨੇ ਗੁਣ ਹੋਣ ਕਿ ਆਪਣੇ ਤੋਂ ਇਹਨਾਂ ਗਿਣੇ ਜਾਣ, ਇਤਨੀਆਂ ਵਡਿਆਈਆਂ ਹੋਣ। ਤੇ ਮਾਫੀ ਮੰਗਾਂਗਾ, ਸਾਡੀ ਹਾਲਤ ਪਤਾ ਕੀ ਹੈ? ਬਾਣੀ ਕਹਿੰਦੀ ਹੈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਮਤਲਬ ਗੁਣ ਤੇ ਗਿਣਦਿਆਂ ਕਮੀ ਕੀ ਆਉਣੀ, ਔਗਣ ਗਿਣਦੇ ਸਾਡੀ ਜੀਭ ਸੁੱਕ ਜਾਂਦੀ। ਇੰਨੀਆਂ ਅਲਾਮਤਾਂ ਨੇ। ਹੁਣ ਜਿਹੜੀ ਮੌਲਿਕ ਰੂਪ ਵਿੱਚ ਬਾਤ ਕਰਨ ਲੱਗਾ ਸੀਗਾ, ਛੋਟੀ ਜਿਹੀ ਬਾਈ ਚਾਂਸ ਐਡਿਕਸ਼ਨ ਦੀ ਗੱਲ ਆਈ, ਇਸ ਨੂੰ ਬਹੁਤ ਸਿੰਪਲੀਫਾਈ ਕਰਕੇ ਦੱਸਿਆ ਜਾਂਦਾ ਹੈ ਕਿ ਕੋਈ ਸ਼ਖਸ ਆ, ਨਵੀਂ ਜੌਬ ਸ਼ੁਰੂ ਕੀਤੀ ਹੈ ਅਤੇ ਨਵੀਂ ਜੌਬ ਦਾ ਸਟ੍ਰੈਸ ਬੜਾ ਆ। ਜਿਵੇਂ ਸਪੋਜ਼ ਕਰੋ ਜਿਹੜੀਆਂ ਵੈਲ ਪੇਡ ਜੌਬਸ ਨੇ ਉਹਨਾਂ 'ਚ ਕੰਮ ਵੀ ਉਵੇਂ ਦਾ ਲਿਆ ਜਾਏਗਾ। ਅੱਜ ਕੱਲ੍ਹ ਮਲਟੀਨੈਸ਼ਨਲਸ ਜਿਹੜੇ ਹੈਗੇ ਨੇ, ਪ੍ਰੋਫਿਟ ਬਣਾਉਣ ਵਾਲੇ ਜਿਹੜੇ ਇਨਵੈਸਟਰਸ ਨੇ, ਉਹ ਇਹੋ ਜਿਹੀਆਂ ਚੀਜ਼ਾਂ ਰਨ ਕਰਦੇ ਨੇ। ਉਹਨਾਂ ਨੂੰ ਤਾਂ ਭਾਈ ਹਾਇਰ ਤੋਂ ਹਾਇਰ ਜਿਹੜੀ ਹੈ ਪ੍ਰੋਡਕਸ਼ਨ ਚਾਹੀਦੀ ਹੈ ਹਰ ਲੈਵਲ 'ਤੇ। ਅਤੇ ਉੱਥੇ ਫਿਰ ਕੰਪੀਟੀਸ਼ਨ ਵੀ ਹੋਏਗਾ, ਚੈਲੰਜ ਵੀ ਹੋਏਗਾ, ਟਾਰਗੇਟ ਸੈੱਟ ਵੀ ਕੀਤੇ ਜਾਣਗੇ। ਅਤੇ ਹੁਣ ਜਦੋਂ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ, ਨਵੀਂ ਜੌਬ ਸ਼ੁਰੂ ਕੀਤੀ ਹੋਏਗੀ ਅਤੇ ਜਦੋਂ ਟਾਰਗੇਟ ਮੀਟ ਨਹੀਂ ਹੋਣਗੇ, ਐਰਰਸ ਹੋਣਗੇ, ਡੈਫੀਨੇਟਲੀ ਬੰਦਾ ਬੜਾ ਬਹੁਤ ਜ਼ਿਆਦਾ ਸਟ੍ਰੈਸ 'ਚ ਜਾਏਗਾ। ਉਹਦੀ ਹਾਲਤ ਇਹ ਹੈ ਕਿ ਉਹ ਬੜਾ ਸਟ੍ਰੈਸਡ ਜਿਹੜਾ ਹੈਗਾ ਰਹਿੰਦਾ ਹੈਗਾ। ਅਤੇ ਉਹਦੇ ਕੁਲੀਗ ਨੇ ਇਸ ਚੀਜ਼ ਨੂੰ ਨੋਟ ਕੀਤਾ ਅਤੇ ਉਹਨੇ ਕਿਹਾ ਕੀ ਹੋਇਆ? ਕਹਿੰਦਾ ਕੀ ਦੱਸਾਂ, ਨੀਂਦ ਨਹੀਂ ਆਉਂਦੀ ਰਾਤ ਨੂੰ, ਪਰੇਸ਼ਾਨ ਰਹਿਣਾ ਬੜਾ ਜ਼ਿਆਦਾ, ਕੰਮ ਦਾ ਫਿਕਰ ਬੜਾ ਰਹਿੰਦਾ ਆ, ਕੁਝ ਬੌਸ ਦਾ ਡਰ ਰਹਿੰਦਾ ਹੈ। ਉਹ ਕਹਿੰਦਾ ਕੋਈ ਨਾ, ਪਤਾ ਹੈ ਇਹਦਾ ਇਲਾਜ ਇੱਕ ਬੜਾ ਸਿੰਪਲ ਜਿਹਾ। ਕੀ ਹੈ? ਆਫਿਸ ਤੋਂ ਨਿਕਲਿਆ, ਨਾਲ ਉਹਨੂੰ LCBO ਲੈ ਗਿਆ। LCBO ਤੋਂ ਜਾ ਕੇ ਇੱਕ ਵੱਡੀ ਬੋਤਲ ਉਹਨੂੰ ਖਰੀਦ ਕੇ ਦੇ ਦਿੱਤੀ, ਲੈ ਫੜ। ਚਲੋ ਜੀ, ਲੈ ਆਇਆ। ਕਹਿੰਦਾ ਬਸ ਇੰਨੀ ਕੁ ਗਲਾਸ 'ਚ ਪਾਉਣਾ, ਇੰਨਾ ਕੁ ਸੋਡਾ ਪਾਣੀ ਪਾਉਣਾ ਅਤੇ ਪੀ ਕੇ ਸੋ ਜਾਣਾ, ਬੜੀ ਵਧੀਆ ਨੀਂਦ ਆਏਗੀ। ਅਗਲੇ ਦਿਨ ਆਇਆ ਬੜਾ ਖੁਸ਼, ਕਹਿੰਦਾ ਬੜੀ ਵਧੀਆ ਨੀਂਦ ਆਈ ਭਾਈ। ਠੀਕ ਹੈ ਜੀ। ਹੁਣ ਲਗਾਤਾਰ 1 ਦਿਨ, 2 ਦਿਨ, 3 ਦਿਨ, 4 ਦਿਨ ਕੰਮ ਚੱਲਦਾ ਰਿਹਾ। ਹੁਣ ਸੋਚਿਆ ਤੇ ਮਤਲਬ ਇਹ ਤਾਂ ਟਰੀਟਮੈਂਟ ਲੱਭ ਗਿਆ ਨਾ। ਐਕਚੁਅਲੀ ਲੋਕੀ ਸਬਸਟੈਂਸ ਨੂੰ ਟਰੀਟਮੈਂਟ ਹੀ ਮੰਨ ਕੇ ਯੂਜ਼ ਕਰਦੇ ਨੇ ਸ਼ੁਰੂਆਤ ਦੇ ਵਿੱਚ, ਵੀ ਦੈਟ ਇਜ਼ ਅ ਗੁੱਡ ਟਰੀਟਮੈਂਟ। ਅੱਜ ਕੀ ਹੋਇਆ? ਅੱਜ ਕਿਤੇ ਕੰਮ ਤੋਂ ਕਾਫੀ ਲੇਟ ਹੋ ਗਿਆ, ਸਟ੍ਰੈਸ ਵੀ ਬੜਾ ਸੀਗਾ। ਉਹਨੇ ਕੋਈ ਗੱਲ ਨਹੀਂ, ਇਲਾਜ ਆਪਣੇ ਕੋਲ ਹੈ। ਘਰ ਪਹੁੰਚਿਆ ਤੇ ਜਿਹੜੀ ਉਹ ਬੋਤਲ ਸੀਗੀ ਉਹ ਆਲਮੋਸਟ ਉਸ ਦਿਨ ਖਤਮ ਹੋ ਗਈ ਸੀ। ਉਹ ਕਿਤੇ ਥੋੜ੍ਹੀ ਜਿਹੀ ਵਿੱਚ ਕਿਤੇ ਮਾੜੀ ਮੋਟੀ ਸੀ ਜਾਂ ਖਤਮ ਸੀਗੀ। ਹੁਣ ਕੀ ਹੈ? ਹੁਣ ਅਲਟੀਮੇਟਲੀ ਦੇਰ ਰਾਤ ਹੋ ਗਈ ਹੈ, LCO ਵੀ ਬੰਦ ਹੋ ਗਿਆ ਆ। ਹੁਣ ਕਿਤੇ ਅਵੇਲੇਬਿਲਿਟੀ ਵੀ ਨਹੀਂ ਹੈਗੀ। ਹੁਣ ਰਾਤ ਬਿਸਤਰੇ 'ਤੇ ਪਿਆ ਆ, ਸਾਰੀ ਰਾਤ ਨੀਂਦ ਨਹੀਂ ਆਈ। ਇਹ ਸੋਚਦੇ ਆ ਵੀ ਸਵੇਰੇ ਕੰਮ 'ਤੇ ਕੀ ਬਣੇਗਾ, ਸਟ੍ਰੈਸ ਹੋਏਗਾ, ਸਭ ਕੁਝ ਨਾ। ਅੱਜ ਸਾਰੀ ਰਾਤ ਨੀਂਦ ਇਸ ਕਰਕੇ ਨਹੀਂ ਆਈ, ਓਹੋ ਬੋਤਲ ਮੁੱਕ ਗਈ, ਨੀਂਦ ਨਹੀਂ ਆਉਣੀ ਹੁਣ, ਓਹੋ। ਇਹ ਹੈ ਐਡਿਕਸ਼ਨ। ਤੁਹਾਡੀ ਅਟੈਂਸ਼ਨ ਕਿਤੇ ਹੋਰ ਲੈ ਗਿਆ, ਤੁਹਾਨੂੰ ਰੀਅਲ ਲਾਈਫ ਦੀਆਂ ਮੁਸ਼ਕਿਲਾਂ ਦਿਸਣੀਆਂ ਬੰਦ ਹੋ ਗਈਆਂ। ਤੁਸੀਂ ਜਿਹੜੀ ਮੁਸ਼ਕਿਲ ਹੋਣੀ ਨਹੀਂ ਚਾਹੀਦੀ, ਜਿਹੜੀ ਹੈ ਹੀ ਨਹੀਂ, ਉਹਦੇ ਟਰੈਪ ਵਿੱਚ ਫਸ ਗਏ। ਹੁਣ ਔਗਣ ਕਿਹਨੂੰ ਕਹੋਗੇ ਤੁਸੀਂ? ਐਕਚੁਅਲੀ ਇਸ ਵੱਡੀ ਅਲਾਮਤ ਤੱਕ ਛੋਟੀ ਜਿਹੀ ਅਲਾਮਤ ਲੈ ਕੇ ਗਈ, ਨਾ ਸਮਝੀ। ਇਹਦੇ ਵਿੱਚੋਂ ਬਚਾਅ ਹੋ ਸਕਦਾ ਬੰਦੇ ਦਾ, ਕਿਉਂਕਿ ਮਨੁੱਖੀ ਜੀਵਨ ਆ। ਅਸੀਂ ਸਭ ਜ਼ਿੰਦਗੀ ਜੀਣ ਲੱਗਿਆ ਬਹੁਤ ਸਾਰੇ ਮਤਲਬ ਡਿਫਰੈਂਟ ਚੈਲੰਜਸ ਵਿੱਚੋਂ ਲੰਘਦੇ ਆ। ਅਨਈਵਨ ਪਾਥ ਆਉਂਦੇ ਲਾਈਫ ਦੇ ਵਿੱਚ। ਜੇ ਬੰਦੇ ਨੂੰ ਇਹੋ ਜਿਹੇ ਬਚਨ ਪੜ੍ਹਾਏ ਗਏ ਹੋਣ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਇਹ ਨਾਮ ਹੈ। ਬਚਪਨ ਤੋਂ ਇਹ ਚੀਜ਼ ਫੀਡ ਕੀਤੀ ਗਈ ਹੋਏ। ਆ ਸ਼ਬਦ ਇਹੀ ਕਹਿ ਰਿਹਾ ਨਾ, ਸ਼ੁਰੂਆਤ ਤੁਸੀਂ ਸ਼ਬਦ ਪੜ੍ਹਿਆ ਸੀਗਾ ਕਿ ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾਵਣ ਆਇਆ ਰਾਮ। ਘਬਰਾਉਣਾ ਕਿਉਂ ਹੈ? ਤੂੰ ਉਸ ਕਰਤਾਰ ਨੂੰ ਆਪਣੀ ਸੁਰਤ 'ਚ ਪਾ, ਸਾਰੇ ਕੰਮ ਰਾਸ ਆਉਣਗੇ। ਇਹੋ ਜਿਹੀ ਚੀਜ਼ ਬੰਦੇ ਦੀ ਸੁਰਤ 'ਚ ਹੋਏ
ਇਹ ਮੰਨਿਆ ਗਿਆ ਜਦੋਂ ਬੰਦੇ ਦਾ ਆਤਮ ਵਿਸ਼ਵਾਸ ਕਿਸੇ ਹਾਇਰ ਲੈਵਲ ਤੇ ਚਲਾ ਜਾਂਦਾ ਆ, ਉਹਦੀ ਵਰਕ ਪਰਫਾਰਮੈਂਸ, ਓਵਰਆਲ ਲਾਈਫ ਪਰਫਾਰਮੈਂਸ ਉਹ ਬਦਲ ਜਾਂਦੀ ਹੈ। ਇਹ ਗੁਣੀ ਨਿਧਾਨ ਦੀ ਇਹੀ ਰਿਫਲੈਕਸ਼ਨ ਆ। ਬੰਦੇ ਦੇ ਪੱਲੇ ਗੁਣ ਹੋਣ ਨਾ, ਮੈਂ ਇੱਕ ਚੀਜ਼ ਹੋਰ ਛੋਟੀ ਜਿਹੀ ਬਿਆਨ ਕਰਦਾ ਇਹਦੇ ਨਾਲ। ਅੱਜ ਕੱਲ੍ਹ ਸਟੱਡੀਜ਼ ਬਹੁਤ ਆ ਰਹੀਆਂ, ਇੱਕ ਤੋਂ ਬਾਅਦ ਇੱਕ ਆ ਰਹੀ, ਖਾਸ ਕਰਕੇ ਜਿਵੇਂ ਸਟ੍ਰੈਸ ਵਗੈਰਾ ਹੁੰਦਾ ਇਹਦੇ ਉੱਤੇ। ਹੁਣ ਦੇਖੋ ਸਟ੍ਰੈਸ ਦੇ ਜਿਵੇਂ ਉਹਨਾਂ ਨੇ ਵੱਖਰੇ ਵੱਖਰੇ ਕੰਪੋਨੈਂਟ ਬਣਾ ਕੇ ਇਹਦੇ ਉੱਤੇ ਸਟੱਡੀਜ਼ ਕੀਤੀਆਂ, ਥੀਸਿਸ ਲਿਖੇ ਗਏ, ਇਹਦੇ ਉੱਤੇ ਪ੍ਰੈਕਟੀਕਲ ਕੀਤੇ ਗਏ। ਇੱਕ ਸ਼ਖਸ ਉਸਨੂੰ ਕੀ ਹੁੰਦਾ ਆ ਕਿ ਸੋਸ਼ਲ ਐਨਗਜ਼ਾਇਟੀ ਹੁੰਦੀ ਹੈ। ਸੋਸ਼ਲ ਐਨਗਜ਼ਾਇਟੀ ਵਾਸਤੇ ਕਿਹੜੀ ਚੀਜ਼ ਟ੍ਰਿਗਰ ਕਰਦੀ ਹੈ, ਇਹ ਲੱਭਣ ਵਾਸਤੇ ਉਹਨਾਂ ਨੇ ਵੱਖਰੇ ਵੱਖਰੇ ਇੰਡੀਵਿਜੂਅਲਸ ਦੀ ਸੋਸ਼ਲ ਐਨਗਜ਼ਾਇਟੀ ਨੂੰ ਫਿਰ ਉਹਦੇ ਉੱਤੇ ਕੰਮ ਕੀਤਾ। ਹੁਣ ਕੀ ਇੱਕ ਸ਼ਖਸ ਹੈ, ਉਸਨੂੰ ਕਿਹਾ ਗਿਆ ਕਿ ਤੂੰ ਨਾ ਆਹ ਚੀਜ਼ ਜਾ ਕੇ ਖਰੀਦ ਕੇ ਲਿਆ, ਸ਼ਾਪਿੰਗ ਮਾਲ ਤੋਂ, ਵਾਲਮਾਰਟ ਜਾ ਕਿਤੇ ਜਾ। ਤੇ ਉਹ ਚਲਾ ਗਿਆ। ਉਸਨੇ ਪਹਿਲਾਂ ਤਾਂ ਜਾ ਕੇ ਥੋੜ੍ਹਾ ਉਹਨੂੰ ਲੋਸਟ ਹੋ ਗਿਆ ਵੀ ਉਹ ਕਿਹੜਾ ਸਮਾਨ ਲੈਣਾ, ਭੁੱਲ ਨਾ ਜਾਵਾਂ ਕਿਤੇ। ਉਹਨੂੰ ਲਿਖ ਕੇ ਦਿੱਤਾ ਵੀ ਜੇ ਤੂੰ ਭੁੱਲ ਜਾਏ ਨਾ, ਵੈਸੇ ਨਹੀਂ, ਵੈਸੇ ਤੂੰ ਯਾਦ ਕਰਕੇ ਜਾਣਾ, ਪਰ ਜੇ ਤੈਨੂੰ ਲੱਗੇ ਵੀ ਤੂੰ ਭੁੱਲ ਗਿਆ, ਤੂੰ ਆਪਣੀ ਜੇਬ ਵਿੱਚੋਂ ਆਪਣੀ ਜਿਹੜੀ ਲਿਖੀ ਹੋਈ ਰਸੀਦ ਜਾਂ ਪਰਚੀ ਹੈ ਉਹ ਕੱਢ ਲੈਣੀ ਹੈ ਬਾਹਰ। ਉਹਨੇ ਕੱਢ ਲਈ, ਦੇਖ ਲਿਆ ਆਹ ਚੀਜ਼ ਹੈ, ਠੀਕ ਹੈ ਜੀ। ਫਿਰ ਉਹਨੂੰ ਦੱਸਿਆ ਕਿ ਬਹੁਤਾ ਜਿਸਨੂੰ ਫਿਰ ਵੀ ਰਸੀਦ 'ਤੇ ਲਿਖੀ ਹੋਈ ਆ, ਪਰਚੀ 'ਤੇ ਲਿਖੀ ਹੋਈ ਚੀਜ਼ ਜਿਹੜੀ ਉਹ ਤੈਨੂੰ ਲੱਗਾ ਵੀ ਉਹ ਮੈਂ ਕਿਤੇ ਮੈਨੂੰ ਲੱਭੇ ਨਾ, ਉਹਦੇ ਥੱਲੇ ਲਿਖਿਆ ਵੀ ਯੂ ਕੈਨ ਗੈਟ ਹੈਲਪ। ਉਹ ਉਸ ਆਇਲ 'ਚ ਗਿਆ, ਥੋੜ੍ਹਾ ਫਿਰ ਵੀ ਲੋਸਟ ਆ। ਉਹਨੇ ਆਇਲ ਵਾਲੇ ਨੂੰ ਪੁੱਛਿਆ, ਉਹਨੇ ਕਿਹਾ ਡੋਂਟ ਵਰੀ, ਦੈਟ ਸਟਫ ਇਜ਼ ਹੇਅਰ, ਟੇਕ ਇਟ। ਚੱਕ ਲਿਆ। ਜਦੋਂ ਚੱਕ ਲਿਆ ਕੁਛ ਕੌਨਫੀਡੈਂਸ ਵਧਿਆ, ਗੱਲ ਬਣ ਗਈ, ਕੋਈ ਗੱਲ ਨਹੀਂ। ਜਦੋਂ ਫਿਰ ਉਹ ਲੈ ਕੇ ਕੈਸ਼ੀਅਰ ਦੇ ਕੋਲ ਜਾ ਰਿਹਾ, ਲਾਈਨ 'ਚ ਲੱਗ ਗਿਆ। ਥੋੜ੍ਹਾ ਲਾਈਨ 3-4 ਜਣਿਆਂ ਦੀ ਹੈ, ਪਹਿਲਾਂ ਜਾ ਕੇ ਲੱਗਾ, ਉਹ ਬੜੀ ਲੰਮੀ ਲਾਈਨ ਆ। ਫਿਰ ਹੌਲੀ ਹੌਲੀ 1 2 3 ਫਿਰ ਵਾਰੀ ਆਉਣ ਵਾਲੀ ਹੋ ਗਈ। ਜਦੋਂ ਐਕਚੁਅਲੀ ਸੈਕਿੰਡ ਟੂ ਜਿਹੜਾ ਕੈਸ਼ੀਅਰ ਅਟੈਂਡ ਕਰ ਰਿਹਾ ਉਹਦੇ ਤੋਂ ਰਹਿ ਗਿਆ, ਅੰਦਰ ਇੱਕਦਮ ਐਨਗਜ਼ਾਇਟੀ ਹੋਣੀ ਸ਼ੁਰੂ ਹੋ ਗਈ। ਮੈਂ ਕੀ ਕਹਾਂਗਾ, ਵਟ ਟੂ ਸੇ, ਕਿਤੇ ਚੀਜ਼ ਠੀਕ ਨਾ ਹੋਏ, ਕਿਸ ਤਰੀਕੇ ਨਾਲ, ਮੇਰੇ ਕੋਲ ਪੈਸੇ ਵੀ ਹੈ ਕਿ ਨਹੀਂ ਹੈ। ਫਿਰ ਜੇਬ ਵਿੱਚ ਹੱਥ ਪਾਇਆ ਤੇ ਜੇਬ ਨੂੰ ਜਿਹੜਾ ਹੈਗਾ, ਜੇਬ ਵਿੱਚੋਂ ਹੱਥ ਨਾਲ ਉਹ ਜਿਹੜੇ ਬਿੱਲ ਸੀਗਾ ਵਿੱਚ ਪਿਆ, ਉਹ ਹੱਥ ਨੂੰ ਲੱਗਾ, ਮਹਿਸੂਸ ਹੋਇਆ, ਉਹਨੂੰ ਟੱਚ ਕੀਤਾ, ਕੌਨਫੀਡੈਂਸ ਆ ਗਿਆ, ਕੋਈ ਗੱਲ ਨਹੀਂ, ਹੈਗੇ ਨੇ ਪੈਸੇ ਕੋਲ, ਹੈਗੇ ਨੇ ਡਾਲਰਸ, ਆਈ ਕੈਨ ਐਕਚੁਅਲੀ ਪੇ। ਕੋਲ ਗਿਆ, ਜਾ ਕੇ ਉਹਨੂੰ ਚੀਜ਼ ਰੱਖੀ, ਉਹਨੂੰ ਡਾਲਰ ਦਿੱਤੇ, ਉਹਨੇ ਵਾਪਸ ਜਿਹੜੀ ਉਹ ਰਸੀਦ ਦੇ ਦਿੱਤੀ, ਨਾਲੇ ਚੀਜ਼ ਦਿੱਤੀ, ਉਹਨੂੰ ਆਪਣੇ ਬੈਗ 'ਚ ਪਾਇਆ, ਬੈਲੈਂਸ ਲਿਆ, ਤੁਰ ਪਿਆ। ਥੋੜ੍ਹਾ ਲੱਗਾ, ਹਾਂ ਆਈ ਡਨ ਦੀਜ਼ ਥਿੰਗਸ ਪ੍ਰੋਪਰਲੀ। ਜਦੋਂ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਐਨਾਲਿਸਿਸ ਕੀਤਾ ਕਿ ਜਿੱਥੇ ਜਿੱਥੇ ਤੂੰ ਬੜਾ ਐਂਕਸ਼ੀਅਸ ਫੀਲ ਕੀਤਾ, ਕਿਹੜੀ ਕਿਹੜੀ ਚੀਜ਼ ਨੇ ਤੈਨੂੰ ਹੈਲਪ ਕੀਤੀ। ਪਤਾ ਲੱਗਾ ਜਿਹੜੀ ਮੈਂ ਪੇਪਰ 'ਤੇ ਲਿਖੀ ਸੀ ਉਸ ਚੀਜ਼ ਨੇ ਹੈਲਪ ਕੀਤਾ, ਜਿਹੜੀ ਮੈਂ ਕਿਸ ਤੋਂ ਮਦਦ ਮੰਗੀ ਉਸ ਚੀਜ਼ ਨੇ ਹੈਲਪ ਕੀਤੀ। ਸਭ ਤੋਂ ਵੱਡੀ ਹੈਲਪ ਉਦੋਂ ਹੋਈ ਜਦੋਂ ਮੈਨੂੰ ਇਹ ਲੱਗਾ ਪਤਾ ਨਹੀਂ ਮੇਰੇ ਕੋਲ, ਮੈਂ ਪੈਸੇ ਤੇ ਨਹੀਂ ਸੱਟ ਆਇਆ ਕਿਤੇ, ਮੇਰੇ ਕੋਲ ਪੇ ਕਰਨ ਲਈ ਕੁਛ ਹੈ। ਜਦੋਂ ਮੈਂ ਜੇਬ ਵਿੱਚ ਹੱਥ ਪਾਇਆ, ਮੇਰੇ ਹੱਥਾਂ ਨੂੰ ਮਨੀ ਨੇ ਟੱਚ ਕੀਤਾ, ਮੈਨੂੰ ਲੱਗਾ ਹਾਂ ਨਾਓ ਆਈ ਐਮ ਏਬਲ ਟੂ ਬਾਏ ਇਟ। ਹੁਣ ਇਸ ਨੂੰ ਮੈਂ ਪ੍ਰੈਕਟੀਕਲ ਲੈਵਲ 'ਤੇ ਸਪਿਰਿਚੁਅਲ ਸਾਈਡ 'ਤੇ ਲੈ ਕੇ ਆ ਰਿਹਾ ਹਾਂ। ਦੇਖੋ ਹਰ ਚੀਜ਼ ਨੂੰ ਤੁਸੀਂ ਫਿਜ਼ੀਕਲੀ ਉਸ ਤਰੀਕੇ ਨਾਲ ਟੱਚ ਨਹੀਂ ਕਰਦੇ, ਪਰ ਤੁਹਾਡੀ ਸੁਰਤ 'ਚ ਕੁਛ ਚੀਜ਼ਾਂ ਪਈਆਂ ਹੁੰਦੀਆਂ ਨੇ। ਜਦੋਂ ਬੰਦੇ ਨੂੰ ਰੱਬੀ ਵਿਸ਼ਵਾਸ ਦੀਆਂ ਇਹੋ ਜਿਹੀਆਂ ਤੰਦਾਂ, ਇਹੋ ਜਿਹੇ ਖਿਆਲ, ਬਚਨ ਲਗਾਤਾਰ ਅੰਦਰ ਪਾ ਦਿੱਤੇ ਜਾਣ, ਤੇ ਅਲਟੀਮੇਟਲੀ ਜਦੋਂ ਕਿਤੇ ਮੁਸ਼ਕਲ ਦੇ ਹਾਲਾਤ ਬਣਨ ਨਾ, ਤੇ ਬੰਦੇ ਨੂੰ ਯਾਦ ਆ ਜਾਏ ਕੋਈ ਗੱਲ ਨਹੀਂ। ਮੋਮ ਕਿਆ ਕਰਦੇ ਸੀ, ਵੈਨ ਐਵਰ ਯੂ ਫੀਲ ਲਿਟਲ ਬਿਟ ਐਂਕਸ਼ੀਅਸ, ਡੂ ਜਪਜੀ ਸਾਹਿਬ's ਪਾਠ, ਲੈਟਸ ਡੂ ਇਟ। ਟਾਈਮ ਹੀ ਹੁੰਦਾ, ਨਿਕਲ ਜਾਂਦਾ ਹੈ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ, ਜੇ ਇਸੇ ਤਰੀਕੇ ਨਾਲ ਬੰਦੇ ਕੋਲ ਬਹੁਤ ਸਾਰੇ ਗੁਣ ਹੋਣ, ਇੱਕ ਗੁਣ ਦੀ ਗੱਲ ਹੋ ਰਹੀ ਹੈ, ਆਪ ਆਈਡੀਆ ਲਾਓ ਬੰਦੇ ਦਾ ਆਪਣੇ ਆਪ ਪਰਫਾਰਮੈਂਸ ਲੈਵਲ ਕਿੰਨਾ ਬਦਲ ਜਾਏਗਾ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਜਿਹਨੇ ਮੈਨੂੰ ਬਣਾਇਆ ਹੈ ਨਾ, ਉਹ ਗੁਣਾਂ ਦਾ ਖਜ਼ਾਨਾ ਆ। ਮੈਨੂੰ ਉਹਦੇ ਨਾਲ ਆਤਮ ਸਾਥ ਹੋਣ ਦੀ ਜਾਚ ਆਈ, ਉਸ ਕਰਤੇ ਨਾਲ ਜਿਸਨੇ ਸਾਰਾ ਸੰਸਾਰ ਸਿਰਜਿਆ, ਮੈਨੂੰ ਸਿਰਜਿਆ ਤੇ ਮੈਨੂੰ ਇਸ ਕਾਬਲ ਬਣਾਇਆ, ਮੈਂ ਗੁਣਾਤਮਕ ਪੱਖ ਨਾਲ ਉਹਦੇ ਨਾਲ ਜੁੜ ਸਕਾਂ। ਫਿਰ ਕਿਹਾ
ਉਸਤਤ ਕੌਣ ਕਰੀਜੈ ਰਾਮ, ਮੈਂ ਤਾਂ ਉਹਦੀ ਵਡਿਆਈ ਵੀ ਨਹੀਂ ਕਰ ਸਕਦਾ, ਉਸਤਤ ਵੀ ਮੇਰੇ ਕੋਲੋਂ ਨਹੀਂ ਹੋ ਸਕਦੀ। ਹੁਣ ਇਹ ਲੈਵਲ ਨੂੰ ਇਸ ਤਰੀਕੇ ਨਾਲ ਜਾਣ ਲੈਣਾ ਕਿ ਜਿਹੜਾ ਬੰਦਾ ਆ, ਆਪ ਅੱਜ ਦੇ ਸਮਾਜ ਵਿੱਚ ਦੇਖੋ, ਸਾਡੇ ਕੋਲ ਸੋਸ਼ਲ ਮੀਡੀਆ ਆ, ਸਾਡੇ ਕੋਲ ਇੱਕ ਤੋਂ ਇੱਕ ਮੀਡੀਆ ਦੇ ਡਿਫਰੈਂਟ ਆਊਟਲੈਟਸ ਪਏ ਹੈਗੇ ਨੇ। ਲੋਕ ਮੋਸਟਲੀ ਕਿਸ ਚੀਜ਼ ਨੂੰ ਯੂਜ਼ ਕਰਦੇ ਨੇ? ਆਲੇ ਦੁਆਲੇ ਦੀਆਂ ਖਾਮੀਆਂ ਕਮੀਆਂ ਵੇਖਣ ਵਾਸਤੇ। ਤੁਹਾਨੂੰ ਉਹੀ ਚੀਜ਼ਾਂ ਵਾਇਰਲ ਹੁੰਦੀਆਂ ਦਿਸਣਗੀਆਂ ਜਿਨ੍ਹਾਂ ਦੇ ਵਿੱਚ ਕੋਈ ਐਰਰ ਹੋ ਰਿਹਾ ਹੈ, ਕੋਈ ਮਿਸਟੇਕ ਹੋ ਰਹੀ ਹੈ, ਕੋਈ ਬਲੰਡਰ ਹੋ ਰਿਹਾ, ਉਹਨੂੰ ਲੋਕ ਲਗਾਤਾਰ, ਕਿਉਂਕਿ ਮੁੱਢ ਕਦੀਮੀ ਜਿਹੜੀ ਬੰਦੇ ਦੀ ਫਿਤਰਤ ਬਣ ਗਈ ਹੈ, ਇਹ ਭੰਡਣ ਦੀ, ਨਿੰਦਣ ਦੀ, ਨੀਵਾਂ ਵਿਖਾਉਣ ਦੀ, ਡੇਗਣ ਦੀ ਬਣਦੀ ਜਾ ਰਹੀ ਹੈ। ਉਸਾਰੂ ਬਿਰਤੀ ਨੇਗੇ। ਆਪ ਕਦੀ ਬੱਚੇ ਨੂੰ ਦੇਖੋ, ਤੁਸੀਂ ਬੱਚੇ ਨੂੰ ਟੋਇਜ਼ ਲਿਆ ਕੇ ਦਿਓ ਖੇਡਣ ਵਾਸਤੇ, ਖੇਡਣ ਦੀ ਬਜਾਏ ਤੋੜੇ, ਗੁੱਸਾ ਆਏਗਾ ਤੁਹਾਨੂੰ, ਤਾਂ ਲੱਗਾ ਪਾਗਲਪਨ ਆ। ਬੁੱਕ ਪੜ੍ਹਨ ਲਈ ਲਿਆ ਕੇ ਦੀ ਪੜ੍ਹ ਰਿਹਾ, ਟੋਏ ਖੇਡਣ ਲਈ ਲਿਆ ਕੇ ਤਾਂ ਟੋਏ ਤੋੜ ਰਿਹਾ ਹੈਗਾ। ਸੱਚਾਈ ਇਹ ਹੈ, ਬੱਚਾ ਤੇ ਫਿਜ਼ੀਕਲੀ ਕਰ ਰਿਹਾ, ਮੈਂਟਲੀ ਅਸੀਂ ਕਰ ਰਹੇ ਹਾਂ। ਸਾਨੂੰ ਹਰ ਚੀਜ਼ ਦੇ ਵਿੱਚ ਨੁਕਸ ਲੱਭਣਾ, ਪੁੱਠੇ ਪਾਸੇ ਲੈ ਕੇ ਜਾਣਾ, ਇਹ ਅਲਾਮਤ ਲਗਾਤਾਰ ਬੰਦੇ 'ਚ ਲਗਾਤਾਰ ਚੱਲਦੀ ਜਾ ਰਹੀ ਹੈ। ਫਿਰ ਬੰਦਾ ਉਸਤਤ ਵਾਲੇ ਪਾਸੇ ਕਿਵੇਂ ਜਾਏਗਾ? ਤੇ ਉਸਤਤ ਤੇ ਹੋ ਵੀ ਨਹੀਂ ਸਕਦੀ। ਕਿਉਂ? ਕਿਉਂਕਿ ਉਸਤਤ ਜਦੋਂ ਕਿਸੇ ਦੀ ਕਰਦਾ, ਮੈਂ ਨੀਵਾਂ ਹੋ ਜਾਂਦਾ, ਦੂਜੇ ਨੂੰ ਵਡਿਆਉਣਾ ਮੈਂ। ਘਰ ਵਿੱਚ ਹੀ ਤੁਸੀਂ ਦੇਖੋ, ਹਸਬੈਂਡ ਵਾਈਫ ਦੇ ਵਿੱਚ ਅਜੀਬ ਤਰ੍ਹਾਂ ਦੀ ਹਾਲਤ ਹੈ। ਜੇ ਕਿਤੇ ਹਸਬੈਂਡ ਦੀ ਉਸਤਤ ਹੋਣ ਲੱਗ ਜਾਏ ਜਾਂ ਵਾਈਫ ਦੀ ਉਸਤਤ ਹੋਣ ਲੱਗ ਜਾਏ, ਦੂਸਰੇ ਨੂੰ ਜੈਲਸ ਹੋਣੀ ਸ਼ੁਰੂ ਹੋ ਜਾਂਦੀ, ਹੱਦ ਹੋ ਗਈ, ਮੈਂ ਕਿਸ ਪਾਸੋਂ ਘਾਟਾ ਬਈ, ਇਹਦੀ ਕਿਉਂ ਵਡਿਆਈ ਹੋ ਰਹੀ ਹੈ? ਬੱਚਿਆਂ 'ਚ ਤੁਸੀਂ ਰਿਬੈਲਰੀ ਦੇਖੋ ਹੁੰਦੀ ਹੋਈ ਇਸ ਰੂਪ ਦੇ ਅੰਦਰ। ਇਸੇ ਤਰੀਕੇ ਨਾਲ ਫਿਰ ਸਮਾਜਾਂ ਵਿੱਚ ਅੱਗੇ ਕੋ-ਵਰਕਰਸ ਵਿੱਚ ਦੇਖਦੇ ਹੋ ਤੁਸੀਂ, ਸੁਸਾਇਟੀ ਦੇ ਵਿੱਚ, ਈਵਨ ਕਮਿਊਨਿਟੀਜ਼ ਵਿੱਚ ਦੇਖਦੇ ਹੋ ਤੁਸੀਂ। ਫਿਰ ਕਿੱਥੇ ਜਾਇਆ ਜਾਏ? ਗੁਰੂ ਬਾਬਾ ਜੀ ਕਹਿੰਦੇ ਕਿਉਂ ਨਾ ਇੱਕ ਸੁਭਾਅ ਹੀ ਬਣਾ ਲਿਆ ਜਾਏ, ਰੱਬ ਦੀ ਉਸਤਤ ਕਰੀ ਜਾਓ। ਜਿੱਥੇ ਚੰਗਿਆਈ, ਅੱਛਿਆਈ, ਵਡਿਆਈ ਦਿਸੇ, ਕੋ ਮਾਲਕ ਬੇਅੰਤ ਹੈ, ਤੂੰ ਕਮਾਲ ਹੀ ਕਰੀ ਜਾ ਰਿਹਾ। ਦਾਤਾ ਤੇਰਾ ਹੀ ਤਰਸ ਹੈ, ਤੂੰ ਹੀ ਦਹਿੰਦਾ ਹੈ, ਤੇਰੇ ਕਰਕੇ ਵਾਪਰ ਰਿਹਾ ਹੈ, ਤੂੰ ਹੀ ਸੋਰਸ ਹੈ ਅਸਲ ਸਾਰੇ ਕਾਸੇ ਦਾ। ਤੇ ਗੁਰੂ ਬਾਬਾ ਜੀ ਕਹਿੰਦੇ ਕਰਦਾ ਹੋਇਆ ਇਹ ਵੀ ਨਾ ਸੋਚੀ ਕਿ ਤੂੰ ਉਹਦੀ ਉਸਤਤ ਦਾ ਅੰਤ ਪਾ ਲੇਗਾ, ਭਾਵ ਜਿੰਨਾ ਵਡਿਆਏਗਾ ਉਸ ਤੋਂ ਕਿਤੇ ਵੱਡਾ ਹੀ ਹੋ। ਇਹ ਵੀ ਭਾਵ ਆਪਣੇ ਅੰਦਰ ਕਾਇਮ ਰੱਖੀ। ਹੋਇਆ ਕਿ ਜਦੋਂ ਅਸੀਂ ਧਰਮਾਂ ਨੂੰ ਅਵੈਲੂਏਟ ਹੁੰਦਿਆਂ ਦੇਖਦੇ ਹਾਂ ਨਾ, ਲੋਕੀ ਕਹਿੰਦੇ ਨਹੀਂ ਇਹ ਧਰਮ ਹੈ ਤੇ ਠੀਕ, ਪਰ ਸਾਡੇ ਮੁਕਾਬਲੇ ਦਾ ਨਹੀਂ। ਆਹ ਗ੍ਰੰਥ ਹੈ ਤੇ ਠੀਕ, ਸਾਡੇ ਮੁਕਾਬਲੇ ਦਾ ਗ੍ਰੰਥ ਨਹੀਂ ਹੈਗਾ। ਇਹ ਲਿਖਾਵਟ ਹੈ ਤੇ ਠੀਕ, ਪਰ ਸਾਡੇ ਗੁਰੂ ਬਾਬਾ ਜੀ ਕਹਿੰਦੇ ਜੈਸੀ ਮਰਜ਼ੀ ਲਿਖਾਵਟ ਲਿਖ ਦਿਓ, ਜਿਹੜੀ ਲਿਖੀ ਹੋਈ ਚੀਜ਼ ਜਾਂ ਜਿਹੜੀ ਦੱਸੀ ਗਈ ਚੀਜ਼, ਜਿਹੜੀ ਉਸਤਤ ਕੀਤੀ ਗਈ ਹੈ, ਜਿਹਦੀ ਕੀਤੀ ਜਾ ਰਹੀ ਉਹ ਤੋਂ ਛੋਟੀ ਹੈ, ਉਹ ਬੇਅੰਤ ਆ, ਉਹ ਵੱਡਾ ਆ, ਉਹ ਇਤਨਾ ਵੱਡਾ ਆ ਲਫ਼ਜ਼ਾਂ ਵਿੱਚ ਫਿੱਟ ਹੀ ਨਹੀਂ ਹੁੰਦਾ। ਇੱਥੇ ਸਾਹਿਬ ਨੇ ਬਿਆਨ ਕੀਤਾ, ਉਸਤਤ ਕੌਣ ਕਰੀਜੈ ਰਾਮ, ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀਜੈ ਰਾਮ। ਸੰਤ ਜਨ ਹਰ ਵਕਤ ਇੱਕ ਅਰਦਾਸ ਕਰਦੇ ਨੇ, ਬੇਨਤੀ ਕਰਦੇ ਨੇ, ਅਰਜ਼ੋਈ ਕਰਦੇ ਨੇ। ਅਸੀਂ ਕਈ ਵਾਰੀ ਸ਼ਬਦ ਪੜ੍ਹਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਵਿਣ ਬੋਲਿਆ ਸਭ ਕੁਝ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਉਹਨੂੰ ਦੱਸਣ ਦੀ ਕੀ ਲੋੜ, ਉਹਨੂੰ ਸਾਰਾ ਪਤਾ ਹੀ ਹੈ। ਉਹਨੂੰ ਦੱਸ ਕੇ ਅਸੀਂ ਕੀ ਐਕਸਟਰਾ ਵਰਕ ਕਰਨਾ ਚਾਹੁੰਦੇ ਹਾਂ? ਰੱਬ ਜੀ ਨੂੰ ਤਾਂ ਸਾਰਾ ਪਤਾ, ਅੰਤਰਜਾਮੀ ਆ ਉਹ ਤੇ। ਪਰ ਫਿਰ ਕਿਤੇ ਕਿਤੇ ਕਿਹਾ ਜਾਂਦਾ ਹੈ ਕਿ ਨਹੀਂ ਭਾਈ, ਜੋ ਤੇਰੇ ਮਨ ਦੇ ਵਿੱਚ ਆ ਤੂੰ ਆਪਣੇ ਗੁਰੂ ਅੱਗੇ, ਆਪਣੇ ਰੱਬ ਅੱਗੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ, ਅਰਦਾਸ ਕਰ। ਇਹਦੇ ਉੱਤੇ ਸਾਡੇ ਸਕਾਲਰ ਲੋਕਾਂ ਨੇ ਜਿਹਨੂੰ ਸਾਨੂੰ ਫਿਰ ਵਿਆਖਿਆ ਕਰਕੇ ਦੱਸੀ, ਉਹ ਕਹਿੰਦੇ ਗੱਲ ਇਹ ਹੈ, ਜਦੋਂ ਅਸੀਂ ਬੋਲਦੇ ਹਾਂ, ਕਹਿੰਦੇ ਹਾਂ, ਅਸੀਂ ਕਿਸੇ ਹੋਰ ਨੂੰ ਨਹੀਂ ਸੁਣਾਉਂਦੇ, ਆਪਣੇ ਆਪ ਨੂੰ ਸੁਣਾਉਂਦੇ ਹਾਂ, ਆਪਣੇ ਆਪ ਨੂੰ ਦੱਸਦੇ ਹਾਂ। ਈਵਨ ਜੇ ਹਿਊਮਨ ਬਿਹੇਵੀਅਰ ਦੇ ਅਸੀਂ ਐਨਾਲਿਸਿਸ ਵਿੱਚ ਚਲੇ ਜਾਈਏ ਨਾ, ਤੇ ਕਈ ਵਾਰੀ ਕੁਝ ਲੋਕ ਕਿਸੇ ਨੂੰ ਕੁਐਸਚਨ ਪੁੱਛਦੇ ਨੇ, ਜਦੋਂ ਕੁਐਸਚਨਸ ਦੇ ਐਨਾਲਿਸਿਸ ਕੀਤੇ ਜਾਂਦੇ ਨੇ ਤੇ ਪਤਾ ਇਹ ਲੱਗਦਾ ਆ ਅਰਾਊਂਡ 90% ਲੋਕਾਂ ਦੇ ਕੁਐਸਚਨਸ ਨਹੀਂ ਹੁੰਦੇ, ਸਟੇਟਮੈਂਟਸ ਹੁੰਦੀਆਂ ਨੇ, ਜਿਹੜੀਆਂ ਉਹ ਕਿਸੇ ਨੂੰ ਬੋਲ ਕੇ ਕਹਿ ਰਹੇ ਹੁੰਦੇ ਨੇ ਪਰ ਐਕਚੁਅਲੀ ਆਪਣੇ ਲਈ ਰਿਪੀਟ ਕਰ ਰਹੇ ਹੁੰਦੇ ਨੇ। ਉਹਨਾਂ ਨੂੰ ਜਵਾਬ ਦਾ ਵੀ ਪਤਾ ਹੁੰਦਾ ਪਰ ਉਹ ਸਟੇਟਮੈਂਟਸ ਨੇ, ਜਸਟ ਦੇ ਵਾਂਟ ਅ ਸੈਕਿੰਡ ਓਪੀਨੀਅਨ ਔਨ ਦੈਟ ਸਟੇਟਮੈਂਟ। ਇਸ ਕਿਸਮ ਦੀ ਪ੍ਰਵਿਰਤੀ ਬੰਦੇ 'ਚ ਆ ਰਹੀ। ਜਦੋਂ ਬੰਦਾ ਅਰਦਾਸ ਕਰਦਾ ਆ ਤੇ ਉਸ ਸਰਬ ਸ਼ਕਤੀ ਨੂੰ ਆਪਣੇ ਅਹਿਸਾਸ ਵਿੱਚ ਰੱਖ ਕੇ, ਮਤਲਬ ਇਹ ਉਸ ਕਰਤਾਰ ਦੇ ਸਾਹਮਣੇ ਆਪਣੇ ਆਪੇ ਨੂੰ ਪੇਸ਼ ਕਰਦਾ ਹੈ, ਆਪਣੇ ਅੰਦਰ ਦੀ ਪ੍ਰਵਿਰਤੀ 'ਚ। ਇੱਥੇ ਸਾਹਿਬ ਨੇ ਬਿਆਨ ਕੀਤਾ, ਸੰਤਾਂ ਕੀ ਬੇਨੰਤੀ ਸੁਆਮੀ, ਸੰਤ ਜਨ ਇਹ ਸੁਭਾਅ ਬਣਾ ਲੈਂਦੇ ਨੇ ਬੇਨਤੀ ਕਰਨ ਵਾਲਾ, ਕਿ ਨਾਮ ਮਹਾਰਸ ਦੀਜੈ ਰਾਮ। ਮੈਨੂੰ ਕੋਈ ਹੋਰ ਚੀਜ਼ ਨਹੀਂ ਚਾਹੀਦੀ, ਮੈਨੂੰ ਨਾਮ ਦਾ ਮਹਾਰਸ ਚਾਹੀਦਾ ਹੈ। ਹੁਣ ਨਾਮ ਦਾ ਮਹਾਰਸ, ਅੱਜ ਸਵੇਰ ਦਾ ਹੀ ਹੁਕਮਨਾਮਾ ਇੱਥੇ ਵਿਚਾਰ ਰਹੇ ਸੀ ਅਸੀਂ,
रसना गुण गोपाल नित गायन शांत सहज रहस मन उपजो सगले दुख भलायन। ਉਹਦੇ 'ਚ ਹੀ ਜਿਹੜਾ ਰਸਨਾ ਦਾ ਕਨਸੈਪਟ ਆ ਇਹ ਰਸਾਇਣ ਆ, ਕੈਮੀਕਲਸ ਨੇ। ਬੁਨਿਆਦੀ ਤੌਰ 'ਤੇ ਦੇਖੋਗੇ ਨਾ ਸਾਡੀ ਜਿਹੜੀ ਜੀਭ ਆ ਇਹ ਇਟਸ ਏ ਫੈਕਟਰੀ ਆਫ ਕੈਮੀਕਲਸ। ਜਿਹੜਾ ਮੂੰਹ ਦਾ ਸਲਾਈਵਾ ਆ ਇਹ ਸਾਰਾ, ਈਵਨ ਕੋਵਿਡ-19 ਹੀ ਤੁਸੀਂ ਲੈ ਲਓ, ਇਹਨੂੰ ਐਕਚੁਅਲੀ ਅਸੀਂ ਜਦੋਂ ਕੈਰੀਅਰ ਕਰਦੇ ਹਾਂ ਤੇ ਕੈਰੀਅਰ ਕਿੱਥੇ ਕਰਦੇ ਹਾਂ, ਮਤਲਬ ਹੱਥਾਂ 'ਤੇ ਜਾਂ ਹੋਰ ਸਰੀਰ ਦੇ ਅੰਗਾਂ 'ਤੇ ਕਿੱਥੋਂ ਆ ਰਿਹਾ, ਸਾਡੇ ਇਸੇ ਰੈਸਪੀਟਰੀ ਦੇ ਵਿੱਚੋਂ। ਡ੍ਰੌਪ ਆਫ ਵਾਟਰ ਜਿਹੜੀ ਹੈ ਜਿੱਥੇ ਉਹ ਡਿੱਗੇਗੀ ਉਹਦੇ ਨਾਲ ਹੀ ਉਹਨੇ ਜਾਣਾ ਆ, ਉਸੇ ਰੂਪ ਦੇ 'ਚ ਇਹ ਚੀਜ਼ ਹੈਗੀ। ਮਤਲਬ ਉਹ ਕੈਮੀਕਲ ਤੋਂ ਸਭ ਚੀਜ਼ਾਂ ਉਹਦੇ 'ਚ ਉਮਗ ਰਹੀਆਂ ਨੇ। ਹੁਣ ਇਹ ਵੀ ਗੱਲ ਹੈ ਕਿ ਸਾਡਾ ਜਿੰਨਾ ਜਿਹੜਾ ਖਾਸ ਕਰਕੇ ਡਾਈਜੈਸਟਿਵ ਸਿਸਟਮ ਹੈ, ਸਾਰਾ ਕੁਝ ਹੈ, ਇਹ ਸਿਰਫ ਇਹ ਸਾਡੇ ਗਲੇ ਦੇ ਗਲੈਂਡ ਜਿਹੜੇ ਨੇ ਇਹੀ ਸੈੱਟ ਕਰਦੇ ਨੇ, ਰਸਾਇਣ ਹੈ ਸਾਰਾ। ਫਿਰ ਇਹ ਵੀ ਸੱਚਾਈ ਹੈ, ਆਪ ਦੇਖੋਗੇ ਜਦੋਂ ਬੰਦੇ ਨੂੰ ਬਹੁਤ ਐਂਕਸ਼ੀਅਸ ਫੀਲ ਕਰਦਾ ਹੈ, ਐਂਗਜ਼ਾਇਟੀ ਆਉਂਦੀ, ਕੁਛ ਚੀਜ਼ਾਂ ਹੁੰਦੀਆਂ ਨੇ, ਬੰਦੇ ਦਾ ਮੂੰਹ ਫੁੱਲਦਾ ਹੈ, ਉਹਦੇ ਗਲੇ ਦੇ ਗਰਾਸ ਤੋਂ ਮੂੰਹ ਸੁੱਕਦਾ ਆ, ਉਸ ਤੋਂ ਆਪਣਾ ਜਿਹੜਾ ਹੈਗਾ ਸਲਾਈਵਾ ਹੀ ਗਲੇ ਤੋਂ ਥੱਲੇ ਉਤਾਰਨਾ ਮੁਸ਼ਕਿਲ ਹੋ ਜਾਂਦਾ ਆ। ਹੁਣ ਇਹ ਸਾਰੀਆਂ ਚੀਜ਼ਾਂ ਪ੍ਰੈਕਟੀਕਲ ਲੈਵਲ ਤੇ ਦੇਖੋ ਤੁਸੀਂ। ਜਿਹੜੀ ਇੱਥੇ ਬਾਤ ਕੀਤੀ ਨਾਮ ਮਹਾਰਸ ਦੀਜੈ, ਨਾਮ ਮਹਾਰਸ, ਜਦੋਂ ਬਹੁਤ ਕੋਈ ਰਸਦਾਇਕ ਚੀਜ਼ ਬੰਦੇ ਨੂੰ ਮਿਲਦੀ ਹੈ ਉਹਦੇ ਗਲੇ ਦਾ ਜਿਹੜਾ ਸਾਰਾ ਦਾ ਸਾਰਾ ਉਹ ਹੈ ਉਹ ਤਰ ਹੋ ਜਾਂਦਾ ਹੈ। ਤੇ ਇਹ ਇਕੱਲਾ ਖਾਣ ਨਾਲ ਨਹੀਂ ਹੁੰਦਾ, ਪੀਣ ਨਾਲ ਨਹੀਂ ਹੁੰਦਾ, ਸੋਚਣ ਨਾਲ ਵੀ ਹੁੰਦਾ ਹੈ, ਚੰਗੀਆਂ ਚੀਜ਼ਾਂ ਬੋਲਣ ਨਾਲ ਵੀ ਹੁੰਦਾ, ਸੁਣਨ ਨਾਲ ਵੀ ਹੁੰਦਾ। ਹੁਣ ਤੇ ਮੈਡੀਕਲ ਹਰ ਚੀਜ਼ ਦੀ ਸਟੱਡੀ ਆ ਚੁੱਕੀ ਹੈ। ਸਾਹਿਬ ਕਹਿੰਦੇ ਕੋਈ ਇਹੋ ਜਿਹੀ ਜਾਤ ਸਿਖਾ ਦੇ ਮੈਨੂੰ, ਇਹ ਮਹਾਰਸ ਪ੍ਰਾਪਤ ਕਰਾਂ ਮੈਂ। ਫਿਰ ਕਿਆ, ਨਾਮ ਦੀਜੈ ਦਾਨ, ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਨੋ। ਦਾਤਾ ਮੇਰੇ ਕੋਲ ਕੋਈ ਤੈਨੂੰ ਪੇਸ਼ ਕਰਨ ਵਾਸਤੇ, ਪੇ ਕਰਨ ਵਾਸਤੇ ਤਾਂ ਕੁਛ ਹੈ ਨਹੀਂਗਾ, ਤੂੰ ਮੈਨੂੰ ਇਹ ਚੀਜ਼ ਦਾਨ 'ਚ ਦੇ ਦੇ, ਮੈਂ ਤੇਰਾ ਮੰਗਤਾ ਆ। ਨਾਮ ਦੀਜੈ ਦਾਨ ਦੀਜੈ ਬਿਸਰ ਨਾਹੀ ਇੱਕ ਖਨੋ। ਕਿਸ ਚੀਜ਼ ਦਾ ਦਾਨ? ਇੱਕ ਨਿਮਖ ਲਈ ਮੈਂ ਤੈਨੂੰ ਵਿਸਾਰਾ ਨਾ ਪਾਓ, ਮੇਰੀ ਸਾਂਝ ਬਣ ਜਾਏ। ਗੁਣ ਗੋਪਾਲ ਉਚਰ ਰਸਨਾ ਸਦਾ ਗਾਈਏ ਅਨਦਿਨੋ। ਲਿਟਰਲੀ ਤੌਰ ਤੇ ਕਹਿਤਾ, ਐ ਮੇਰੀ ਰਸਨਾ ਤੂੰ ਉਸ ਗੋਪਾਲ ਦੇ ਗੁਣਾਂ ਨੂੰ ਲਗਾਤਾਰ ਉਚਾਰ, ਬੋਲ, ਉਹਦੇ ਚਲੀ ਜਾ, ਰਾਤ ਦਿਨ ਕਿਰਿਆ ਕਰ। ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ। ਜਿਹਨੂੰ ਇਹਦੇ ਨਾਲ ਪ੍ਰੀਤ ਲੱਗ ਗਈ ਨਾ, ਉਹਦੇ ਮਨ ਕਰਕੇ, ਤਨ ਕਰਕੇ, ਆਤਮਕ ਤੌਰ ਤੇ ਉਸ ਨੂੰ ਭਿੱਜਣ ਦੀ ਜਾਚ ਆ ਗਈ। ਭਾਵ ਉਹ ਹਰ ਵਕਤ ਆਪਣੇ ਜੀਵਨ ਦੇ ਵਿੱਚ ਉਚੇਰੀਆਂ ਕਦਰਾਂ ਕੀਮਤਾਂ ਨਾਲ ਆਪਣੇ ਆਪ ਨੂੰ ਅੰਗੇਜ ਕਰਨ ਦਾ, ਐਸੋਸੀਏਟ ਕਰਨ ਦੇ ਕਾਬਲ ਹੋ ਸਕਿਆ। ਬਿਨਵੰਤ ਨਾਨਕ ਇੱਛ ਪੁੰਨੀ ਪੇਖ ਦਰਸ਼ਨ ਜੀਜੈ। ਇਹ ਨਾਨਕ ਇਹ ਬੇਨਤੀ ਕਰ, ਜੇ ਮੈਨੂੰ ਤੇਰੇ ਦਰਸ਼ਨ ਹੁੰਦੇ ਨੇ ਮੇਰਾ ਜੀਵਨ ਚੱਲਦਾ ਹੈ। ਦਰਸ਼ਨ ਹੋਣ ਦਾ ਮਾਇਨਾ ਕੀ ਹੈ? ਜਦੋਂ ਮੈਨੂੰ ਆਪਣੇ ਜੀਵਨ ਦੇ ਵਿੱਚ ਤੇਰਾ ਵਿਸ਼ਵਾਸ, ਤੇਰਾ ਰੂਪ ਪਸਰਦਾ ਹੋਇਆ ਨਜ਼ਰ ਪੈਂਦਾ ਆ, ਮੈਨੂੰ ਲੱਗਦਾ ਆ ਮਾਲਕ ਮੈਂ ਜੀ ਰਿਹਾ, ਮੈਂ ਜੀਵਨ ਨੂੰ ਮਾਣ ਰਿਹਾ ਵਾਂ। ਸਾਹਿਬ ਰਹਿਮਤ ਕਰਨ ਐਸੇ ਆਲਮੀ ਵਾਕਿਆਂ 'ਚੋਂ ਸਾਨੂੰ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇਨ੍ਹਾਂ ਅੱਖ ਬਿਨਤੀਆਂ ਨਾਲ ਹੀ ਆਪ ਸਮੂਹ ਸੰਗਤ ਤੋਂ ਮੁਆਫੀ ਚਾਹਾਂਗਾ। ਨਾਲ ਹੀ ਉਹਨਾਂ ਕਿਰਸਾਨ ਮਾਈ ਭਾਈ ਲਈ ਜੋ ਆਪਣੇ ਹੱਕ ਹਕੂਕ ਲਈ ਜੂਝ ਰਹੇ ਨੇ, ਚੜ੍ਹਦੀ ਕਲਾ ਲਈ ਅਰਦਾਸ ਹੈ। ਸਭ ਪ੍ਰੇਮ ਫਤਿਹ ਦਾ ਆਵਾਜ਼ਾ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।